ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਾਹਿਤਿਕ ਜਾਣਕਾਰੀ 'ਤੇ। ਹੁਣ ਤੱਕ ਆਪਾਂ ਕਵਿਤਾ ਦੇ ਜ਼ਰੂਰੀ ਤੱਤਾਂ ਵਿੱਚੋਂ ਛੰਦ ਤੇ ਅਲੰਕਾਰ ਪੜ੍ਹ ਚੁੱਕੇ ਹਾਂ ਤੇ ਹੁਣ ਆਪਾਂ ਰਸ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਰਸ ਦੀ ਗੱਲ ਜਦੋਂ ਸਾਡੇ ਦਿਮਾਗ 'ਚ ਆਉਂਦੀ ਹੈ, ਇਹ ਦੋ ਅੱਖਰ ਰਾ ਸੱਸਾ ਰਸ ਜਦੋਂ ਸਾਡੇ ਦਿਮਾਗ 'ਚ ਆ ਜਾਂਦਾ ਤਾਂ ਆਮ ਤੌਰ 'ਤੇ ਅਸੀਂ ਕੀ ਦੇਖਦੇ ਹਾਂ, ਜਿਵੇਂ ਆਪਣੇ ਦਿਮਾਗ ਦੇ ਵਿੱਚ ਇੱਕ ਪਿਕਚਰ ਜੀ ਬਣ ਜਾਂਦੀ ਹੈ, ਫਲਾਂ ਦਾ ਰਸ ਜਾਂ ਗੰਨੇ ਦਾ ਰਸ ਜਾਂ ਜਿਵੇਂ ਖਾਣ ਵਾਲੇ ਰਸ ਹੁੰਦੇ ਆ। ਇਹਨਾਂ ਚੀਜ਼ਾਂ ਦੀ ਸਾਡੇ ਮਨ ਦੇ ਵਿੱਚ ਜਾਣੀ ਗੱਲ ਆ ਜਾਂਦੀ ਹੈ। ਪਰ ਜਿਹੜੇ ਰਸ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਰਸ ਕੀ ਹੈ? ਇਹ ਰਸ ਤਾਂ ਇੱਕ ਅਲੌਕਿਕ ਰਸ ਹੈ। ਅਲੌਕਿਕ ਦੇਖੋ, ਅਲੌਕਿਕ ਤੋਂ ਭਾਵ ਹੁੰਦਾ ਵੀ ਜਿਹੜਾ ਸਾਨੂੰ ਸਿਰਫ ਮਹਿਸੂਸ ਹੁੰਦਾ, ਅਸੀਂ ਦੇਖਦੇ ਹਾਂ ਵੀ ਹਾਂ ਸਾਨੂੰ ਮਹਿਸੂਸ ਹੋਇਆ। ਇਹਦਾ ਸਵਾਦ ਜਿਹੜਾ ਕਿ ਕਵਿਤਾਵਾਂ ਦੇ ਵਿੱਚ ਲਿਖਿਆ ਜਾਂਦਾ, ਠੀਕ ਹੈ, ਭਰਿਆ ਜਾਂਦਾ, ਉਸ ਰਸ ਨੂੰ ਕਿਹਾ ਜਾਂਦਾ। ਕਾਵ ਸਾਹਿਤ ਦਾ ਇਹ ਇੱਕ ਸੁਹਜਮਈ ਜਿਹੜਾ ਆਨੰਦ ਪ੍ਰਾਪਤ ਕਰਨ ਦੇ ਲਈ ਸਾਨੂੰ ਇਸ ਰਸ ਦੀ ਲੋੜ ਪੈਂਦੀ ਹੈ, ਜਿਹੜਾ ਕਿ ਦਰਸ਼ਕ ਮਾਣਦੇ ਆ। ਇਹਦੀ ਇੱਕ ਸਾਡੇ ਕੋਲੇ ਪਰਿਭਾਸ਼ਾ ਹੈਗੀ ਹੈ, ਦੇਖੋ, ਜਿਵੇਂ ਕਾਵ ਸਾਹਿਤ ਦੇ ਪੜ੍ਹਨ ਸੁਣਨ ਤੋਂ ਜਾਂ ਫਿਰ ਨਾਟਕ ਡਰਾਮਾ ਵੇਖਣ ਤੋਂ ਪਾਠਕਾਂ ਨੂੰ ਟੁੰਬਣ ਵਾਲਾ ਜੋ ਵੀ ਸੁਹਜ ਸਵਾਦ ਮਹਿਸੂਸ ਹੁੰਦਾ ਹੈ ਉਸ ਨੂੰ ਰਸ ਕਹਿੰਦੇ ਹਨ, ਠੀਕ ਹੈ। ਦੇਖੋ ਹੁਣ ਜਿਵੇਂ ਕਾਵ ਸਾਹਿਤ, ਜਿਹੜੀਆਂ ਵੀ ਸਾਡੀਆਂ ਕਵਿਤਾਵਾਂ, ਸਾਹਿਤ ਸਾਡਾ ਰਚਿਆ ਗਿਆ, ਉਹਨੂੰ ਪੜ੍ਹਨ ਸੁਣਨ ਤੋਂ ਪੜ੍ਹਾਂਗੇ ਅਸੀਂ ਜਾਂ ਸੁਣਾਂਗੇ ਜਾਂ ਫਿਰ ਕੋਈ ਵੀ ਨਾਟਕ ਡਰਾਮਾ ਦੇਖਾਂਗੇ, ਉਸ ਤੋਂ ਬਾਅਦ ਸਾਡੇ ਦਿਲ ਨੂੰ ਕੋਈ ਗੱਲ ਟੁੰਬਦੀ ਹੈ, ਉਹਦੇ ਨਾਲ ਸਾਨੂੰ ਕੋਈ ਸੁਹਜ ਸਵਾਦ ਮਹਿਸੂਸ ਹੁੰਦਾ ਅਤੇ ਉਸ ਨੂੰ ਕਿਹਾ ਜਾਂਦਾ ਰਸ। ਰਸ ਬਾਰੇ ਕੀ ਹੈ? ਭਰਤ ਮੁਨੀ ਨੇ ਸਭ ਤੋਂ ਪਹਿਲਾਂ ਜਾਣੀ ਕਿਹਨੇ ਲਿਖੀ ਹੈ? ਇੱਕ ਬੁੱਕ ਨਾਟਯ ਸ਼ਾਸਤਰ ਲਿਖਿਆ ਭਰਤ ਮੁਨੀ ਨੇ। ਇਹ ਕੁਐਸਚਨ ਵੀ ਆ ਜਾਂਦਾ, ਦੇਖੋ ਵੀ ਸਭ ਤੋਂ ਪਹਿਲਾਂ ਕਿਹਨੇ ਲਿਖਿਆ? ਭਰਤ ਮੁਨੀ ਨੇ ਲਿਖੀ ਹੈ ਨਾਟਯ ਸ਼ਾਸਤਰ, ਸਭ ਤੋਂ ਪਹਿਲਾਂ ਰਸ ਬਾਰੇ ਜਦੋਂ ਉਹਨਾਂ ਨੇ ਰਸ ਦੀ ਗੱਲ ਕੀਤੀ ਹੈ, ਠੀਕ ਹੈ। ਅਤੇ ਉਹਨਾਂ ਨੇ ਮਤਲਬ ਇਸ 'ਤੇ ਇਹਦੇ ਸੰਕਲਪ ਦੇ ਉੱਤੇ ਕੀ ਰੌਸ਼ਨੀ ਪਾਈ ਹੈ ਭਰਤ ਮੁਨੀ ਨੇ। ਹੁਣ ਸਾਡੇ ਕੋਲ ਆ ਗਈ ਰਸ ਦੀ ਪ੍ਰਕਿਰਿਆ। ਰਸ ਦੀ ਪ੍ਰਕਿਰਿਆ ਕੀ ਹੈ? ਇਹਦੇ ਬਾਰੇ ਵੀ ਮੈਂ ਕੀ ਹੈ ਥੋੜ੍ਹਾ ਜਿਹਾ ਮਤਲਬ ਦੇਖੋ, ਜਿਵੇਂ ਸਾਡੇ ਅੰਤਰ ਮਨ ਵਿੱਚ ਕਈ ਤਰ੍ਹਾਂ ਦੇ ਜਜ਼ਬਾਤ ਹੁੰਦੇ ਆ, ਉਹ ਜਦੋਂ ਸਾਡੇ ਉੱਤੇ ਛਾ ਜਾਂਦੇ ਆ, ਸਾਡੇ ਦਿਲਾਂ ਦੇ ਉੱਤੇ, ਤਾਂ ਉਹ ਜਿਹੜੀ ਪ੍ਰਕਿਰਿਆ ਉਦੋਂ ਰਸ ਦੀ ਸ਼ੁਰੂ ਹੁੰਦੀ ਹੈ। ਜਿਵੇਂ ਇਹਦੀ ਡੈਫੀਨੇਸ਼ਨ ਕੀ ਹੈ? ਕੁਝ ਉਕਸਾਊ ਕਾਰਨਾਂ ਕਰਕੇ ਜਜ਼ਬਾਤ ਉਤੇਜਿਤ ਹੋ ਕੇ ਸਾਡੇ ਦਿਲਾਂ ਉੱਤੇ ਛਾ ਜਾਂਦੇ ਹਨ ਅਤੇ ਅਸੀਂ ਵਿਸ਼ੇਸ਼ ਕਿਸਮ ਦਾ ਸੁਹਜ ਸਵਾਦ ਅਨੁਭਵ ਕਰਦੇ ਹਾਂ, ਤਾਂ ਸਾਡੇ 'ਤੇ ਕੀ ਹੈ? ਰਸ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਉਸ ਟਾਈਮ, ਠੀਕ ਹੈ। ਅੱਗੇ ਆ ਗਈ ਸਾਡੇ ਕੋਲ ਰਸ ਦੀ ਸਮੱਗਰੀ। ਰਸ ਦੀ ਸਮੱਗਰੀ ਕੀ ਹੈ? ਦੇਖੋ, ਕਲਾ, ਕਾਰਜ ਅਤੇ ਸਹਿਕਾਰੀ ਕਾਰਨ, ਇਹ ਕੀ ਹੈਗੀ ਇੱਕ ਰਸ ਦੀ ਸਮੱਗਰੀ। ਸਮੱਗਰੀ ਜਿਵੇਂ ਦੇਖੋ, ਸਾਨੂੰ ਹਰ ਇੱਕ ਚੀਜ਼ ਵਾਸਤੇ ਕੋਈ ਨਾ ਕੋਈ ਮਤਲਬ ਕੁਛ ਚਾਹੀਦਾ ਹੁੰਦਾ, ਜਿਵੇਂ ਕੋਈ ਚੀਜ਼ ਚਾਹੀਦੀ ਹੈ, ਕੋਈ ਸਮਾਨ ਚਾਹੀਦਾ, ਉਹਨੂੰ ਕਿਹਾ ਜਾਂਦਾ ਸਮੱਗਰੀ। ਅਤੇ ਸਾਨੂੰ ਰਸ ਵਾਸਤੇ ਜਿਹੜੀ ਸਮੱਗਰੀ ਚਾਹੀਦੀ ਆ ਉਹ ਹੈਗੀ ਹੈ ਕਲਾ, ਕਾਰਜ ਅਤੇ ਸਹਿਕਾਰੀ ਕਾਰਨ। ਜਿਵੇਂ ਇਹਦੀਆਂ ਮੈਂ ਥੋੜ੍ਹੀਆਂ ਜਿਹੀਆਂ ਲਾਈਨਾਂ ਲਿਖੀਆਂ ਇਹਦੇ ਵਿੱਚ। ਡੂੰਘੀ ਆਥਣ ਹੋ ਗਈ ਮਈਆ, ਲੱਥੀ ਸੰਝ ਵਿੱਚ ਫੇਰਵੇ, ਵਿੱਚ ਪੱਛਮ ਦੇ ਸੂਹੀ ਲਾਂਘੜ, ਸੂਰਜ ਦਿੱਤੀ ਲਖੇਰਵੇ, ਲੋਪ ਹੋਈ ਚਾਨਣ ਦੀ ਸੱਸੀ, ਸੰਘਣਾ ਹੋਇਆ ਹਨੇਰਵੇ। ਇਹਦੇ ਵਿੱਚ ਕੀ ਹੈ? ਦੇਖੋ, ਇਹਨੇ ਨਾਇਕਾ ਦਾ ਪਿਆਰ ਹੈ ਇੱਕ, ਉਹਦੇ ਵਿੱਚ ਉਹਦੀਆਂ ਰੋਮਾਂਚ ਅੱਖਾਂ ਦੇ ਵਿੱਚ, ਜਾਣੀ ਉਹਨੇ ਇਹ ਕਿਹਾ ਗਾ ਇੱਥੇ ਸਾਨੂੰ ਵੀ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਆ ਗਈ ਵੀ ਜਿਹੜੀ ਆਥਣ ਵੇਲੇ ਆ, ਵੀ ਮਤਲਬ ਸ਼ਾਮ ਹੋ ਚੁੱਕੀ ਹੈ, ਡੂੰਘੀ ਹੋ ਗਈ, ਸਾਂਝ ਦਾ ਵੇਲਾ ਹੋ ਗਿਆ, ਠੀਕ ਹੈ। ਅਤੇ ਪੱਛਮ ਦੇ ਵਿੱਚ ਸੂਹੀ ਦਾ ਮਤਲਬ ਲਾਲੀ, ਪੱਛਮ ਦੇ ਵਿੱਚ ਸੂਰਜ ਨੇ ਆਪਦੀ ਲਾਲੀ ਖਲੇਰ ਦਿੱਤੀ ਹੈ, ਲਖੇਰ ਦਿੱਤੀ ਕਿਹਾ ਗਿਆ ਇੱਥੇ ਇਹਨੂੰ, ਠੀਕ ਹੈ। ਇਸ ਤਰ੍ਹਾਂ ਕੀ ਹੈ ਵੀ ਕੁਦਰਤੀ ਦ੍ਰਿਸ਼ਾਂ ਦਾ ਇਹਦੇ ਵਿੱਚ ਵਰਣਨ ਕੀਤਾ ਗਿਆ, ਇਹਦੇ ਵਿੱਚ ਜਾਣੀ ਇਹ ਸਮੱਗਰੀ ਲੈ ਕੇ ਕੁਦਰਤੀ ਦ੍ਰਿਸ਼ਾਂ ਦਾ ਵਰਣਨ ਕੀਤਾ ਗਿਆ। ਅਤੇ ਰਸ ਦੇ ਵਿੱਚ ਹੋਰ ਵੀ ਜਿਹੜੇ ਮਤਲਬ ਇਹਦੇ ਅਗਲੇ ਭਾਵ ਨੇ, ਜਿਵੇਂ ਵਿਭਾਵ, ਅਨੁਭਾਵ, ਸੰਚਾਰੀ ਭਾਵਾਂ ਦੇ ਸੰਯੋਗ ਦਾ ਸਿੱਟਾ ਜਿਹੜਾ ਉਹ ਰਸ ਹੈ। ਅਤੇ ਇਹਦੇ ਵਿੱਚ ਕੀ ਹੈ? ਸੰਯੋਗੀ ਇਹਨਾਂ ਸਾਰੀਆਂ ਮਤਲਬ ਭਾਵਾਂ ਦੇ ਸੰਯੋਗ ਦਾ ਸਿੱਟਾ ਇਹ ਰਸ, ਠੀਕ ਹੈ। ਇਸ ਤੋਂ ਅੱਗੇ ਆਪਾਂ ਇਹਦੀ ਮਤਲਬ ਅਲੱਗ-ਅਲੱਗ ਡੈਫੀਨੇਸ਼ਨ ਤੁਹਾਨੂੰ ਮੈਂ ਵਿਭਾਵ ਬਾਰੇ, ਅਨੁਭਾਵ ਬਾਰੇ, ਸੰਚਾਰੀ ਭਾਵਾਂ ਬਾਰੇ ਦੱਸਾਂਗੀ ਵੀ ਇਹਨਾਂ ਦੇ ਸਥਾਈ ਰੂਪ ਕਿਹੜੇ ਨੇ ਅਤੇ ਰਸਾਂ ਦੀ ਸਾਨੂੰ ਪਹਿਚਾਣ ਕੀ ਆ, ਵੀ ਅਸੀਂ ਕਿਵੇਂ ਪਹਿਚਾਣ ਸਕਦੇ ਹਾਂ ਵੀ ਹੁਣ ਇੱਥੇ ਕਿਹੜਾ ਰਸ ਵਰਤਿਆ ਗਿਆ। ਦੇਖੋ, ਸਾਡੇ ਕੋਲ ਅੱਗੇ ਆ ਗਿਆ ਵਿਭਾਵ। ਵੀ ਵਿਭਾਵ ਕੀ ਹੈ? ਸਥਾਈ ਭਾਵਾਂ ਨੂੰ ਜਗਾਉਣ ਦਾ ਕੰਮ ਜਿਹੜੀ ਸ਼ਕਤੀ ਕਰਦੀ ਹੈ ਉਸ ਨੂੰ ਵਿਭਾਵ ਕਿਹਾ ਜਾਂਦਾ ਹੈ। ਸਥਾਈ ਭਾਵ ਸਾਰੇ ਅਲੱਗ-ਅਲੱਗ ਸਥਾਈ ਭਾਵ ਆਉਣਗੇ ਸਾਡੇ ਕੋਲ ਵੀ, ਸ਼ਿੰਗਾਰ ਰਸ ਦਾ ਕਿਹੜਾ ਸਥਾਈ ਭਾਵ ਹੈ, ਸਾਰਿਆਂ ਦੇ ਅਲੱਗ-ਅਲੱਗ, ਉਹਨਾਂ ਨੂੰ ਜਗਾਉਣ ਦੇ ਲਈ ਜਿਹੜਾ ਕੰਮ ਜਿਹੜੀ ਸ਼ਕਤੀ ਕਰਦੀ ਹੈ ਉਸ ਨੂੰ ਅਸੀਂ ਵਿਭਾਵ ਕਹਿੰਦੇ ਹਾਂ, ਠੀਕ ਹੈ। ਇਹਦੀ ਵੀ ਮੈਂ ਇੱਕ ਡੈਫੀਨੇਸ਼ਨ ਲਿਖੀ ਹੈ ਇੱਥੇ, ਦੇਖੋ, ਅਜਿਹੀਆਂ ਵਸਤੂਆਂ ਜਾਂ ਵਰਣਨ ਪ੍ਰਤੀਕਾਂ ਨੂੰ ਵਿਭਾਵ ਦਾ ਨਾਂ ਦਿੱਤਾ ਹੈ ਜਿਨ੍ਹਾਂ ਵਿੱਚ ਜਜ਼ਬਿਆਂ ਅਤੇ ਮਨੋਭਾਵਾਂ ਨੂੰ ਪੈਦਾ ਕਰਨ ਦੀ ਸ਼ਕਤੀ ਹੁੰਦੀ ਹੈ। ਜਿਹੜੇ ਯਾਨੀ ਸਾਡੇ ਅੰਦਰਲੇ, ਜਿਵੇਂ ਕਵੀ ਦੇ ਅੰਦਰ ਕੁਝ ਜਜ਼ਬੇ ਹੁੰਦੇ ਆ,
ਕੁਝ ਉਹਦੇ ਮਨੋਭਾਵ ਹੁੰਦੇ ਆ, ਉਹਨਾਂ ਨੂੰ ਪੈਦਾ ਕਰਨ ਦੀ ਸ਼ਕਤੀ, ਉਹਨੂੰ ਕੀ ਕਿਹਾ ਜਾਂਦਾ ਹੈ? ਵਿਭਾਵ ਕਿਹਾ ਜਾਂਦਾ। ਇਸੇ ਤਰ੍ਹਾਂ ਹੀ ਸਾਡੇ ਕੋਲੇ ਆ ਗਿਆ ਅਨੁਭਾਵ। ਅਨੁਭਾਵ ਵੀ ਦੇਖੋ, ਅਨੁਭਾਵ ਤੋਂ ਮਤਲਬ ਸਾਡੇ ਅੰਦਰੋਂ ਜਿਹੜੇ ਭਾਵ ਪ੍ਰਗਟ ਹੁੰਦੇ ਆ, ਠੀਕ ਹੈ, ਅੰਦਰ ਸਾਡੇ ਸਰੀਰ ਦੇ ਨਾਲ ਉਹ ਵਾਲੇ ਭਾਵ ਪ੍ਰਗਟ ਹੁੰਦੇ ਆ, ਉਹਨਾਂ ਨੂੰ ਕਿਹਾ ਜਾਂਦਾ ਅਨੁਭਾਵ। ਇਹਦੇ ਬਾਰੇ ਵਿਸ਼ਵਨਾਥ ਨੇ ਆਪਣੇ ਸਾਹਿਤਯ ਦਰਪਣ ਦੇ ਵਿੱਚ ਅਨੁਭਾਵ ਬਾਰੇ ਲਿਖਿਆ, ਵਿਸ਼ਵਨਾਥ ਨੇ, ਠੀਕ ਹੈ। ਜਿਵੇਂ ਇਹਦੀ ਉਦਾਹਰਨ ਹੈਗੀ ਆ, ਸੀਤਾ ਆਦਿ ਅਲੰਬਨ ਤੇ ਚੰਦਰਮਾ ਆਦਿ ਉਦੀਪਨ ਕਾਰਨਾਂ ਨਾਲ ਰਾਮ ਆਦਿ ਦੇ ਦਿਲ ਵਿੱਚ ਜਾਗਿਆ ਹੋਇਆ ਪਿਆਰ ਆਦਿ ਦਾ ਬਾਹਰ ਪ੍ਰਗਟਾਵਾ ਕਰਨ ਵਾਲਾ ਦੁਨੀਆਦਾਰੀ ਵਿੱਚ ਜੋ ਕਾਰਜ ਅਖਵਾਉਂਦਾ ਹੈ, ਉਸ ਨੂੰ ਅਸੀਂ ਅਨੁਭਾਵ ਕਹਿੰਦੇ ਹਾਂ, ਠੀਕ ਹੈ। ਅਨੁਭਾਵ ਦੇ ਵਿੱਚ ਜਿਵੇਂ ਸਾਰੀਆਂ ਚੀਜ਼ਾਂ ਆ ਜਾਂਦੀਆਂ, ਕਈਆਂ ਅਜਿਹੀਆਂ ਹਰਕਤਾਂ ਆ ਜਾਂਦੀਆਂ, ਅੰਗੜਾਈਆਂ, ਅੱਖ ਮਟਕਾ, ਚੁਟਕੀਆਂ, ਇਹ ਸਾਰਾ ਕੀ ਹੈ? ਇਹ ਅਨੁਭਾਵਾਂ ਦੇ ਨਾਂ ਦੇ ਨਾਲ ਸਪਸ਼ਟ ਹੁੰਦਾ, ਠੀਕ ਹੈ, ਸਾਡੇ ਸਾਹਮਣੇ। ਤੇ ਅਨੁਭਾਵ ਹੈ ਜਿਹੜੇ ਉਹ 4 ਪ੍ਰਕਾਰ ਦੇ ਹੁੰਦੇ ਆ ਸਾਡੇ ਕੋਲੇ, ਜਿਵੇਂ ਕਾਇਕ, ਵਾਚਕ, ਆਚਾਰਿਆ, ਸਾਤਵਿਕ। ਕਾਇਕ ਦੇ ਅੰਦਰ ਕੀ ਆਉਂਦਾ? ਜਿਵੇਂ ਸਰੀਰਕ ਹਰਕਤਾਂ, ਅੰਗ ਪ੍ਰਦਰਸ਼ਨ, ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਨੇ। ਵਾਚਕ ਦੇ ਵਿੱਚ ਗੱਲਬਾਤ ਕਰਨੀ। ਆਚਾਰਿਆ ਦੇ ਵਿੱਚ ਜਿਵੇਂ ਸਜਾਵਟ, ਗਹਿਣੇ, ਜਿਵੇਂ ਕਵਿਤਾ ਦੇ ਗਹਿਣੇ ਹੁੰਦੇ ਆ, ਠੀਕ ਹੈ, ਜਾਂ ਸਜਾਵਟ ਕੀਤੀ ਜਾਂਦੀ ਹੈ, ਤਾਂ ਉਹ ਆਚਾਰਿਆ ਦੇ ਵਿੱਚ ਆਉਂਦਾ। ਫਿਰ ਸਾਤਵਿਕ ਦੇ ਅੰਦਰ ਆਉਂਦਾ ਜਿਸ 'ਤੇ ਆਪਣਾ ਵਸ ਨਾ ਚੱਲੇ, ਜਿਹੜੀ ਚੀਜ਼ ਦੇ ਉੱਤੇ ਸਾਡਾ ਵਸ ਨਾ ਚੱਲੇ, ਤੇ ਉਹਨੂੰ ਅਸੀਂ ਸਾਤਵਿਕ ਕਹਿੰਦੇ ਹਾਂ। ਸੰਚਾਰੀ ਭਾਵ। ਸੰਚਾਰੀ ਦੇਖੋ, ਜਿਵੇਂ ਸੰਚਾਰ ਆਪਾਂ ਕਹਿ ਦਿੰਦੇ ਹਾਂ ਵੀ ਇੱਕ ਤੋਂ ਦੂਜੇ ਪਾਸੇ ਨੂੰ ਜਾਣਾ, ਠੀਕ ਹੈ, 2 ਸੰਚਾਰ ਦੇ ਸਾਧਨ ਜਿਵੇਂ ਆਪਣੇ ਕੋਲ ਹੈਗੇ ਨੇ, ਤੇ ਕਮਿਊਨੀਕੇਸ਼ਨ ਕਹਿ ਸਕਦੇ ਹਾਂ ਆਪਾਂ, ਹੈ ਨਾ। ਤੇ ਇਹਨੂੰ ਕੀ ਹੈ? ਸੰਚਾਰੀ ਭਾਵ ਹੁੰਦਾ ਇਹ। ਇਹਦੇ ਵਿੱਚ ਜਿਵੇਂ ਹੁਣ ਇਹਦਾ ਕੀ ਹੈ ਵੀ ਜਿਵੇਂ ਉਤਪੰਨ ਹੋਏ ਭਾਵਾਂ ਨੂੰ ਹੋਰ ਪੁਸ਼ਟ ਕਰਨ ਲਈ, ਉਤਪੰਨ ਹੋਏ ਭਾਵਾਂ ਨੂੰ ਹੋਰ ਵਧੀਆ ਢੰਗ ਦੇ ਨਾਲ ਬਣਾਉਣ ਲਈ ਕਰਨ ਵਾਲੇ ਸਹਿਕਾਰੀ ਨੂੰ ਸੰਚਾਰੀ ਕਿਹਾ ਜਾਂਦਾ ਹੈ, ਠੀਕ ਹੈ। ਜਿਵੇਂ ਅਜਿਹੇ ਭਾਵ ਹੈ ਜਿਹੜੇ ਉਹ ਵਿਭਾਵ ਤੇ ਅਨੁਭਾਵ ਦੋਨਾਂ ਦੇ ਸੰਯੋਗ ਨਾਲ ਬਣਦੇ ਆ, ਦੋਨਾਂ ਦਾ ਸੰਯੋਗ ਜਦੋਂ ਉਹਨਾਂ ਦਾ ਬਲ ਮਿਲਦਾ ਸਾਨੂੰ, ਤਾਂ ਫਿਰ ਕੀ ਹੈ? ਸੰਚਾਰੀ ਭਾਵ ਬਣ ਜਾਂਦੇ ਆ। ਭਰਤ ਮੁਨੀ ਨੇ ਸੰਚਾਰੀ ਭਾਵਾਂ ਦੀ ਗਿਣਤੀ 33 ਦੱਸੀ ਹੈ ਸਾਡੇ ਕੋਲੇ। ਭਰਤ ਮੁਨੀ ਨੇ ਕਿਹਾ ਵੀ ਜਿਹੜੇ ਸੰਚਾਰੀ ਭਾਵ ਆ ਉਹ 33 ਹੈ ਗਿਣਤੀ ਦੇ ਵਿੱਚ। ਜਿਵੇਂ ਮੈਂ ਥੋੜ੍ਹੇ ਜਿਹੇ ਲਿਖੇ ਇੱਥੇ, ਮੋਹ, ਗਿਲਾਨੀ, ਆਲਸ, ਧੀਰਜ, ਚਿੰਤਾ ਆਦਿ, ਇਹ ਸਾਰੇ ਕੀ ਨੇਗੇ? ਸੰਚਾਰੀ ਭਾਵ ਹੈ, ਠੀਕ ਹੈ। ਅੱਗੇ ਆ ਗਏ ਸਾਡੇ ਕੋਲੇ ਸਥਾਈ ਭਾਵ। ਸਥਾਈ ਭਾਵ ਵੀ ਦੇਖੋ, ਨਾਮ ਤੋਂ ਪਤਾ ਲੱਗਦਾ ਸਥਾਈ, ਸਥਿਰ ਰਹਿੰਦੇ ਆ, ਜਾਣੀ ਹਰੇਕ ਮਨੁੱਖ ਦੇ ਅੰਦਰ ਸਥਿਤ ਹੁੰਦੇ ਆ, ਉਹਨਾਂ ਨੂੰ ਕਿਹਾ ਜਾਂਦਾ ਸਥਾਈ ਭਾਵ, ਠੀਕ ਹੈ। ਜਿਵੇਂ ਇਹਦੀ ਡੈਫੀਨੇਸ਼ਨ, ਆਚਾਰੀਆਂ ਨੇ ਮੰਨਿਆ ਹੈ ਕਿ ਸੁਹਿਰਦ ਵਿਅਕਤੀਆਂ ਦੇ ਹਿਰਦੇ ਵਿੱਚ ਵਾਸਨਾ ਰੂਪ ਵਿੱਚ ਮਨੋਵਿਕਾਰ ਸਥਿਤ ਰਹਿੰਦੇ ਹਨ, ਇਹਨਾਂ ਨੂੰ ਹੀ ਸਾਹਿਤਿਕ ਭਾਸ਼ਾ ਵਿੱਚ ਸਥਾਈ ਭਾਵ ਕਿਹਾ ਜਾਂਦਾ ਹੈ, ਠੀਕ ਹੈ। ਇਸ ਤਰ੍ਹਾਂ ਜਿਹੜੇ ਸਥਿਤ ਰਹਿੰਦੇ ਆ ਤਾਂ ਉਹਨਾਂ ਨੂੰ ਸਥਾਈ ਭਾਵ ਕਿਹਾ ਜਾਂਦਾ। ਤੇ ਇਹਦੇ ਵਿੱਚ ਕੀ ਹੈ ਵੀ ਇਹਨਾਂ ਨੂੰ ਸਥਾਈ ਭਾਵ ਇਸ ਕਰਕੇ ਕਿਹਾ ਜਾਂਦਾ, ਦੇਖੋ, ਕਿਉਂਕਿ ਘਾਟੇ ਜਾਂ ਵਾਧੇ ਦਾ ਭਾਵ ਕੋਈ ਵੀ ਹੋਵੇ ਇਹਨਾਂ ਨੂੰ ਸਮਾਪਤ ਨਹੀਂ ਕਰ ਸਕਦਾ, ਖਤਮ ਨਹੀਂ ਕਰ ਸਕਦਾ ਇਹਨਾਂ ਨੂੰ। ਜਿਹੜੇ ਚਾਹੇ ਕੋਈ ਘਾਟਾ ਹੋ ਜਾਏ, ਚਾਹੇ ਵਾਧਾ ਹੋ ਜਾਏ, ਜਿਹੜੇ ਇਹ ਮਨੋਵਿਕਾਰ ਸਾਡੇ ਅੰਦਰ, ਮਤਲਬ ਕਿਸੇ ਕਵੀ ਦੇ ਅੰਦਰ, ਕਿਸੇ ਵਿਅਕਤੀ ਦੇ ਹਿਰਦੇ ਵਿੱਚ ਸਥਿਤ ਰਹਿੰਦੇ ਆ, ਤਾਂ ਉਹਨਾਂ ਨੂੰ ਹੀ ਸਥਾਈ ਭਾਵ ਕਿਹਾ ਜਾਂਦਾ। ਉਹਨਾਂ ਨੂੰ ਕੁਝ ਵੀ ਖਤਮ ਨਹੀਂ ਕਰ ਸਕਦਾ, ਘਾਟਾ ਜਾਂ ਵਾਧਾ। ਤੇ ਦੂਸਰੇ ਭਾਵਾਂ ਨੂੰ ਆਪਣੇ ਆਪ ਵਿੱਚ ਸਮੇਟ ਕੇ ਤੇ ਰਸ ਬਣਾਉਣ ਦੀ ਉਤਪਤੀ ਕਰਦੇ ਆ, ਰਸ ਦਾ ਕਾਰਨ ਬਣਦੇ ਆ, ਠੀਕ ਹੈ। ਤੇ ਅੱਗੇ ਸਾਡੇ ਕੋਲੇ ਆ ਗਈ ਰਸਾਂ ਦੀ ਗਿਣਤੀ। ਰਸਾਂ ਦੀ ਗਿਣਤੀ ਕਿੰਨੀ ਹੈ? 9 ਰਸ ਨੇ ਕੁੱਲ, ਜਿਹੜੇ ਕਿ ਸਾਡੇ ਸਥਾਈ ਭਾਵ ਦੇ ਅੰਗ ਸੰਗ ਹੀ ਰਹਿੰਦੇ ਆ। ਇਹਨਾਂ ਨੂੰ ਸਥਾਈ ਰਸ, ਜਾਨੀ ਸਥਾਈ ਭਾਵ ਦੇ ਅੰਗ ਸੰਗ ਰਹਿੰਦੇ ਆ, ਉਹ ਕਿਹੜੇ ਨੇ? 9 ਰਸ। 9 ਰਸਾਂ ਨੂੰ ਹੁਣ ਮੈਂ ਦੇਖੋ ਅਲੱਗ-ਅਲੱਗ ਲਿਖਿਆ ਇੱਥੇ, ਜਿਵੇਂ ਰਤੀ, ਹਾਸਾ, ਸ਼ੋਕ, ਉਤਸ਼ਾਹ, ਕ੍ਰੋਧ, ਘਿਰਨਾ, ਹੈਰਾਨੀ, ਭੈ, ਨਿਰਵੇਦ, ਠੀਕ ਹੈ। ਇਹਨਾਂ ਸਾਰਿਆਂ ਦੇ ਵਿੱਚੋਂ ਹੀ ਜਿਹੜੇ ਰਸਾਂ ਦੀ ਉਤਪੰਨ ਹੁੰਦੇ ਆ ਜਿਹੜੇ ਰਸ, ਜਿਵੇਂ ਰਤੀ ਦੇ ਵਿੱਚੋਂ ਸ਼ਿੰਗਾਰ ਰਸ, ਸ਼ਿੰਗਾਰ, ਠੀਕ ਹੈ। ਹਾਸਾ, ਹਾਸ ਰਸ ਪੈਦਾ ਕਰਦਾ। ਸ਼ੋਕ, ਕਰੁਣਾ ਰਸ। ਉਤਸ਼ਾਹ, ਵੀਰ ਰਸ। ਕ੍ਰੋਧ, ਰੌਦਰ ਰਸ। ਘਿਰਨਾ, ਵਿਪਤਸ ਰਸ। ਹੈਰਾਨੀ, ਅਦਭੁਤ ਰਸ। ਭੈ, ਭਿਆਨਕ ਰਸ। ਨਿਰਵੇਦ, ਸ਼ਾਂਤ ਰਸ। ਤੇ ਹੁਣ ਅੱਗੇ ਅਸੀਂ ਇਹਨਾਂ ਸਾਰੇ ਰਸਾਂ ਬਾਰੇ ਅਲੱਗ-ਅਲੱਗ ਵੀ ਸਾਨੂੰ ਲਾਈਨਾਂ, ਕਿਸੇ ਕੋਈ ਵੀ ਕਵਿਤਾ ਲਿਖੀ ਵੀ ਆ, ਉਹਦੇ ਵਿੱਚੋਂ ਅਸੀਂ ਕਿਵੇਂ ਪਹਿਚਾਨ ਸਕਦੇ ਹਾਂ ਵੀ ਇਹ ਸ਼ਿੰਗਾਰ ਰਸ ਹੈ ਜਾਂ ਹਾਸ ਰਸ ਹੈ ਜਾਂ ਕਰੁਣਾ ਰਸ ਹੈ, ਵੀ ਕਿਹੜਾ ਰਸ ਹੈ, ਉਹਦੀ ਅਸੀਂ ਪਹਿਚਾਣ ਕਿਵੇਂ ਕਰਨੀ ਆ, ਉਹ ਮੈਂ ਤੁਹਾਨੂੰ ਅੱਗੇ ਦੱਸਦੀ ਹਾਂ। ਸ਼ਿੰਗਾਰ ਰਸ। ਸ਼ਿੰਗਾਰ ਰਸ ਨੂੰ ਦੇਖੋ ਰਾਜੇ, ਰਸਾਂ ਦਾ ਰਾਜਾ ਕਿਹਾ ਜਾਂਦਾ ਹੈ ਸ਼ਿੰਗਾਰ ਰਸ ਨੂੰ। ਇਹਦੇ ਵਿੱਚ ਇੱਕ ਭੋਜ ਰਾਜ ਨੇ ਲਿਖਿਆ, ਜਾਨੀ ਭੋਜ ਰਾਜ ਨੇ ਲਿਖੀ ਆਪਦੀ ਇੱਕ ਡੈਫੀਨੇਸ਼ਨ।
ਉਹਨੇ ਕੀ ਲਿਖਿਆ ਵੀ ਜੇਕਰ ਕਵੀ ਸ਼ਿੰਗਾਰ ਰਸੀ ਹੋਵੇਗਾ ਤਾਂ ਸਾਰਾ ਜਹਾਨ ਰਸਮਈ ਹੋ ਨਿਬੜੇਗਾ, ਨਹੀਂ ਤਾਂ ਸਾਰਾ ਜਿਹੜਾ ਸੰਸਾਰ ਹੈ ਉਹ ਰਸਹੀਨ ਹੋ ਜਾਵੇਗਾ, ਰਸਹੀਨ। ਠੀਕ ਹੈ, ਜੇ ਕਵੀ ਸ਼ਿੰਗਾਰ ਰਸੀ ਨਹੀਂ ਹੋਵੇਗਾ ਤਾਂ ਜਿਹੜਾ ਸਾਰਾ ਸੰਸਾਰ ਹੈ ਉਹ ਰਸਹੀਨ ਹੋ ਜਾਵੇਗਾ। ਤੇ ਸ਼ਿੰਗਾਰ ਰਸ ਹੈ ਜਿਹੜਾ ਇਹ ਦੋ ਪ੍ਰਕਾਰ ਦਾ ਹੁੰਦਾ, ਜਿਵੇਂ ਸੰਜੋਗ ਸ਼ਿੰਗਾਰ ਰਸ ਤੇ ਵਿਯੋਗ ਸ਼ਿੰਗਾਰ ਰਸ। ਦੇਖੋ ਨਾਮ ਤੋਂ ਪਤਾ ਲੱਗਦਾ ਸੰਜੋਗ ਸ਼ਿੰਗਾਰ ਰਸ। ਸੰਜੋਗ ਦਾ ਮਤਲਬ ਵੀ ਸੰਯੋਗ ਦੇ ਨਾਲ ਕਿਸੇ ਦਾ ਮੇਲ ਹੋ ਗਿਆ, ਠੀਕ ਹੈ, ਵੀ ਮਤਲਬ ਅਚਾਨਕ ਕੋਈ ਆ ਗਿਆ ਜਾਂ ਕਿਸੇ ਨਾਲ ਮੇਲ ਹੋ ਗਿਆ, ਤਾਂ ਉੱਥੇ ਕਿਹੜਾ ਵਰਤਿਆ ਜਾਂਦਾ, ਸੰਜੋਗ ਸ਼ਿੰਗਾਰ ਰਸ। ਤੇ ਵਿਯੋਗ ਵਿਛੜ ਗਿਆ ਕੋਈ, ਠੀਕ ਹੈ, ਉਸ ਦੇ ਵਿੱਚ ਆ ਗਿਆ ਵਿਯੋਗ, ਵਿਯੋਗ ਪੈ ਗਿਆ ਜਾਨੀ ਉਹਨਾਂ ਦਾ। ਠੀਕ ਹੈ, ਹੁਣ ਦੇਖੋ ਇਹਦੀ ਇੱਕ ਕਵਿਤਾ ਲਿਖੀ ਹੈ ਮੈਂ, ਥੋੜ੍ਹੀਆਂ ਜਿਹੀਆਂ 4 ਲਾਈਨਾਂ ਸੰਜੋਗ ਸ਼ਿੰਗਾਰ ਰਸ ਦੀਆਂ। ਇਹਨੂੰ ਅਸੀਂ ਜਾਨੀ ਕਵਿਤਾ ਪੜ੍ਹ ਕੇ ਅਸੀਂ ਪਹਿਚਾਣ ਸਕਦੇ ਹਾਂ ਵੀ ਇਹ ਕਿਹੜਾ ਰਸ ਹੈ, ਸ਼ਿੰਗਾਰ ਰਸ। ਤੇ ਸ਼ਿੰਗਾਰ ਰਸ ਦਾ ਕਿਹੜਾ ਭਾਵ ਹੈ, ਸੰਜੋਗ ਸ਼ਿੰਗਾਰ ਰਸ। ਨੀ ਅੱਜ ਕੋਈ ਆਇਆ ਸਾਡੇ ਵਿਹੜੇ, ਤੱਕਨ ਚੰਨ ਸੂਰਜ ਟੁਕ ਟੁਕ ਕੇ ਨੇੜੇ, ਲੱਸੇ ਨੀ ਉਹਦਾ ਮੱਥਾ ਤਾਰਿਆਂ ਵਾਂਗੂ, ਆਇਆ ਨਹੀਂ ਖੌਰੇ ਅੰਬਰ ਘੁੰਮ ਘੁੰਮ ਕਿਹੜੇ। ਦੇਖੋ ਜਿਵੇਂ ਕੋਈ ਸੰਜੋਗ ਦੇ ਨਾਲ ਆ ਗਿਆ ਨਾ, ਕੋਈ ਅਚਾਨਕ ਆ ਗਿਆ ਉਹਨਾਂ ਦੇ ਘਰੇ, ਇੰਨਾ ਮਤਲਬ ਉਹ ਵੀ ਕੋਈ ਆਇਆ ਤਾਂ ਉਹਨੂੰ ਕਿੰਨੀ ਖੁਸ਼ੀ ਹੋਈ। ਤੇ ਜਿਵੇਂ ਉਹਦਾ ਲੱਸੇ ਨੀ ਉਹਦਾ ਮੱਥਾ ਤਾਰਿਆਂ ਵਾਂਗੂ, ਦੇਖੋ ਕਿੰਨਾ ਉਹ ਵੀ ਮਤਲਬ ਉਹਨੂੰ ਇਹ ਲੱਗ ਰਿਹਾ ਸੀ ਵੀ ਉਹਦਾ ਜਿਹੜਾ ਮੱਥਾ ਹੈ ਉਹ ਤਾਰਿਆਂ ਦੇ ਵਾਂਗੂ ਮਤਲਬ ਐਂ ਚਮਕ ਰਿਹਾ ਹੈਗਾ। ਠੀਕ ਹੈ, ਤੇ ਪਤਾ ਨਹੀਂ ਕਿਹੜੇ ਕਿਹੜੇ ਅੰਬਰ ਉਹ ਘੁੰਮ ਕੇ ਆਇਆ। ਤਾਂ ਇਹ ਵਾਲੀਆਂ ਜਦੋਂ ਅਸੀਂ ਲਾਈਨਾਂ ਪੜ੍ਹਾਂਗੇ ਤਾਂ ਸਾਨੂੰ ਪੜ੍ਹ ਕੇ ਪਤਾ ਲੱਗਦਾ ਵੀ ਇਹਦੇ ਵਿੱਚ ਕਿਹੜਾ ਰਸ ਵਰਤਿਆ ਗਿਆ, ਸ਼ਿੰਗਾਰ ਰਸ। ਸ਼ਿੰਗਾਰ ਰਸ ਦਾ ਕਿਹੜਾ ਭਾਗ ਵਰਤਿਆ ਗਿਆ, ਸੰਜੋਗ ਸ਼ਿੰਗਾਰ ਰਸ। ਅੱਗੇ ਦੇਖੋ ਜਿਵੇਂ ਵਿਯੋਗ ਸ਼ਿੰਗਾਰ ਰਸ ਦੀਆਂ ਲਾਈਨਾਂ ਦੇਖੋ, ਜਿਵੇਂ ਰਾਤੀ ਨੀਂਦ ਆਰਾਮ ਨਾ ਆਵੇ, ਦਿਨੇ ਰਹੇ ਨਿੱਤਾਂ ਕਰਾਹੀ, ਹਾਸ਼ਮ ਜਾਨ ਛੜਾਵਣ ਮੁਸ਼ਕਲ, ਬੁਰੀ ਇਸ਼ਕ ਦੀ ਫਾਹੀ। ਤਾਂ ਦੇਖੋ ਇਹਨਾਂ ਲਾਈਨਾਂ ਦੇ ਵਿੱਚੋਂ ਕਿਵੇਂ ਪਤਾ ਲੱਗਦਾ ਕੋਈ ਵਿਯੋਗ, ਜਾਨੀ ਕਿਸੇ ਨੂੰ ਵਿਯੋਗ ਹੋ ਗਿਆ, ਜਾਨੀ ਕਿਸੇ ਗੱਲ ਦੇ ਵਿੱਚ ਵਿਛੜ ਗਏ ਕੋਈ ਆਪਸ ਦੇ ਵਿੱਚ, ਇਸ ਕਰਕੇ ਉਹ ਕਹਿੰਦੇ ਵੀ ਸਾਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਹੈਗੀ, ਤੇ ਦਿਨੇ ਤਾਂ ਆਪਦਾ ਬਸ ਕੰਮ ਧੰਦਾ ਆਪਾਂ ਕਰਦੇ ਤੁਰੇ ਫਿਰਦੇ ਹਾਂ। ਠੀਕ ਹੈ, ਤੇ ਇਹ ਆ ਗਿਆ ਸਾਡੇ ਕੋਲੇ ਵਿਯੋਗ ਸ਼ਿੰਗਾਰ ਰਸ। ਉਸ ਤੋਂ ਬਾਅਦ 'ਚ ਆ ਗਿਆ ਸਾਡੇ ਕੋਲੇ ਹਾਸ ਰਸ। ਹਾਸ ਰਸ ਦੇ ਵਿੱਚ ਕੀ ਆ, ਅੱਛਾ ਸੱਚ ਤੁਹਾਨੂੰ ਇੱਕ ਮੈਂ ਹੋਰ ਵੀ ਦੱਸਦਾ, ਜਿਵੇਂ ਸ਼ਿੰਗਾਰ ਰਸ ਹੈ ਜਿਹੜਾ, ਸ਼ਿੰਗਾਰ ਰਸ ਦਾ ਜਿਹੜਾ ਸਥਾਈ ਭਾਵ ਹੈ, ਸਥਾਈ ਭਾਵ ਕੀ ਕਿਹਾ ਜਾਊ ਇਹਨੂੰ, ਪ੍ਰੇਮ। ਸਥਾਈ ਭਾਵ ਇਹਦਾ ਪ੍ਰੇਮ ਹੈ। ਠੀਕ ਹੈ, ਹਾਸ ਰਸ, ਹਾਸ ਰਸ ਦਾ ਵੀ ਤੁਹਾਨੂੰ ਪਹਿਲਾਂ ਸਭ ਤੋਂ ਸਥਾਈ ਭਾਵ ਦੱਸਦਾ ਮੈਂ, ਸਥਾਈ ਭਾਵ। ਠੀਕ ਹੈ, ਇਹਦਾ ਕੀ ਹੈ, ਹਾਸਾ, ਸਥਾਈ ਭਾਵ ਇਹਦਾ ਹਾਸ ਰਸ ਦਾ। ਤੇ ਹੁਣ ਹਾਸ ਰਸ ਕੀ ਹੈ ਵੀ ਜਿਵੇਂ ਜਦੋਂ ਸਾਨੂੰ ਕੋਈ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ ਤਾਂ ਉਦੋਂ ਸਾਨੂੰ ਕੀ ਹਾਸਾ ਆਉਂਦਾ, ਅੰਦਰੋਂ ਅਸੀਂ ਖਿੜ ਖਿੜ ਕੇ ਹੱਸਦੇ ਹਾਂ, ਸਾਡੇ ਅੰਦਰ ਰੌਣਕਾਂ ਹੋ ਜਾਂਦੀਆਂ, ਤਾਂ ਉਦੋਂ ਕੀ ਹੈ, ਹਾਸ ਰਸ ਪੈਦਾ ਹੁੰਦਾ। ਤੇ ਇਹਦੀ ਡੈਫੀਨੇਸ਼ਨ ਦੇਖੋ, ਮਨੁੱਖੀ ਜੀਵਨ ਵਿੱਚ ਅਨਮੋਲ ਗੱਲਾਂ, ਅਨਮੋਲ ਘਟਨਾਵਾਂ ਤੇ ਹੋਰ ਅਜੋੜ ਤੇ ਅਨਮੋਲ ਹਰਕਤਾਂ ਦਾ ਹਸਾਉਣਾ ਮਸਾਲਾ ਇਕੱਠਾ ਕਰਕੇ ਕਲਾਕਾਰ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰਪੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਤਾਂ ਉੱਥੇ ਉਹ ਕਿਹੜਾ ਰਸ ਵਰਤਦਾ, ਹਾਸ ਰਸ ਵਰਤਦਾ ਹੈ। ਠੀਕ ਹੈ, ਜਿਵੇਂ ਹੁਣ ਦੇਖੋ ਇਹਦੇ ਵਿੱਚ ਇਹਨੇ ਹਾਸ ਰਸ ਦੇ ਵਿੱਚ ਇੱਕ ਕਵਿਤਾ ਥੋੜ੍ਹੀ ਜਿਵੇਂ ਲਿਖੀ ਹੈ, ਲਾਈਨਾਂ ਥੋੜ੍ਹੀਆਂ ਜਿਹੀਆਂ, ਨਿੱਕੇ ਹੁੰਦੇ ਢੱਗੇ ਚਾਰੇ, ਵੱਡੇ ਹੋਏ ਹਾਲ ਵਾਹਿਆ, ਬੁੱਢੇ ਹੋਏ ਮਾਲਾ ਫੇਰੀ, ਰੱਬ ਦਾ ਉਲਾਂਭਾ ਲਾਹਿਆ। ਠੀਕ ਹੈ, ਨਿੱਕੇ ਹੁੰਦੇ ਢੱਗੇ ਚਾਰੇ, ਢੱਗੇ ਵੈਸੇ ਤਾਂ ਮਤਲਬ ਢੱਗੇ ਬਲਦਾਂ ਨੂੰ ਕਿਹਾ ਜਾਂਦਾ, ਠੀਕ ਹੈ, ਪਰ ਇੱਥੇ ਆਪਾਂ ਪਸ਼ੂਆਂ ਤੋਂ ਹੀ ਲਵਾਂਗੇ ਵੀ ਨਿੱਕੇ ਹੁੰਦਿਆਂ ਨੇ ਉਹ ਕਹਿੰਦਾ ਵੀ ਮੈਂ ਪਸ਼ੂ ਚਾਰੇ, ਤੇ ਵੱਡੇ ਹੋਏ ਹਲ ਵਾਹਿਆ, ਵੱਡੇ ਹੋ ਕੇ ਮਤਲਬ ਖੇਤੀ ਕੀਤੀ, ਹਲ ਵਾਹਿਆ। ਠੀਕ ਹੈ, ਤੇ ਬੁੱਢੇ ਹੋ ਕੇ ਮਾਲਾ ਫੇਰੀ, ਰੱਬ ਦਾ ਲਾਂਭਾ ਲਾਇਆ। ਜਾਨੀ ਇੱਥੇ ਆਪ ਸਾਨੂੰ ਹਾਸਾ ਜਿਹਾ ਆਉਂਦਾ ਨਾ ਇਸ ਗੱਲ ਤੇ, ਵੀ ਲੈ ਦੇਖੋ ਸਾਰੀ ਉਮਰ ਕੰਮ ਕੁੰਮ ਕਰਕੇ ਉਸ ਤੋਂ ਬਾਅਦ 'ਚ ਬੁਢੇਪੇ ਦੇ ਵਿੱਚ ਆ ਕੇ ਮਾਲਾ ਫੇਰਤੀ, ਵੀ ਰੱਬ ਨੂੰ ਵੀ ਦੱਸਤਾ ਵੀ ਅਸੀਂ ਜਿਹੜੇ ਕੰਮ ਵਾਸਤੇ ਆਏ ਸੀ ਉਹ ਅਸੀਂ ਇੱਥੇ ਕਰ ਚੁੱਕੇ ਹਾਂ। ਠੀਕ ਹੈ, ਮਤਲਬ ਵੈਸੇ ਕੀ ਆ, ਹਾਸੇ ਦਾ ਕਮਾਲ ਕੀ ਹੈ ਇੱਕ ਤੁਹਾਨੂੰ ਮੈਂ ਦੱਸਾਂ, ਉਹ ਇਹਦੇ ਵਿੱਚ ਇਹ ਹੈ ਵੀ ਹਰ ਵਿਅਕਤੀ ਜਾਂ ਸਮਾਜ ਨੂੰ ਉਹਦੀਆਂ ਕਮੀਆਂ ਤੋਂ ਖਬਰਦਾਰ ਕਰਨ ਦੇ ਲਈ ਜਿਹੜਾ ਉਸਨੂੰ ਸਿੱਧੇ ਰਾਹ 'ਤੇ ਪਾਉਣ ਦੀ ਕੋਸ਼ਿਸ਼ ਕਰਦਾ, ਉਹ ਰਸ ਕਿਹੜਾ ਹੈਗਾ, ਹਾਸ ਰਸ। ਠੀਕ ਹੈ ਜੀ, ਅੱਗੇ ਆ ਗਿਆ ਸਾਡੇ ਕੋਲੇ ਕਰੁਣਾ ਰਸ। ਕਰੁਣਾ ਰਸ ਦਾ ਕੀ ਹੈ, ਇਹਦਾ ਸਥਾਈ ਭਾਵ ਉਹ ਹੈਗਾ ਸ਼ੋਕ। ਠੀਕ ਹੈ, ਸਥਾਈ ਭਾਵ ਇਹਦਾ ਹੈਗਾ ਸ਼ੋਕ, ਤੇ ਉਹਨੂੰ ਕਿਹਾ ਜਾਂਦਾ ਕਰੁਣਾ ਰਸ, ਉਹਦੇ ਵਿੱਚ ਵਰਤਿਆ ਜਾਂਦਾ। ਜਿਵੇਂ ਜਦੋਂ ਕਿਸੇ ਦਾ ਨੁਕਸਾਨ ਹੋ ਜਾਵੇ ਜਾਂ ਜਿਵੇਂ ਦੋ ਪ੍ਰੇਮੀਆਂ ਦਾ ਆਪਸ ਵਿੱਚ ਵਿਛੋੜਾ ਪੈ ਜਾਵੇ, ਤਾਂ ਉਹ ਅਜਿਹੇ ਮੌਕੇ 'ਤੇ ਉਹ ਜਦੋਂ ਉਹ ਗਮ ਪ੍ਰਗਟ ਕਰਦੇ ਆ ਤਾਂ ਉਦੋਂ ਕਿਹੜਾ ਰਸ ਵਰਤਿਆ ਜਾਂਦਾ, ਕਰੁਣਾ ਰਸ। ਜਿਵੇਂ ਦੇਖੋ ਇਹਦੀਆਂ ਲਾਈਨਾਂ, ਲੈ ਵੇ ਰਾਂਝਿਆ ਵਾਹ ਮੈਂ ਲਾ ਥੱਕੀ, ਮੇਰੇ ਵੱਸ ਥੀ ਗੱਲ ਬੇਵੱਸ ਹੋਈ, ਕਾਜ਼ੀ ਮਾਪਿਆਂ ਭਾਈਆਂ ਬੰਨ ਤੋਰੀ, ਸਾਡੀ ਤੈਂਡੜੀ ਦੋਸਤੀ ਭੱਸ ਹੋਈ।
ਤਾਂ ਇੱਥੇ ਸਾਨੂੰ ਪਤਾ ਲੱਗਦਾ ਵੀ ਹੀਰ ਕਹਿ ਰਹੀ ਹੈ ਰਾਂਝੇ ਨੂੰ ਵੀ ਬਸ ਮੈਂ ਤਾਂ ਬਹੁਤ ਜ਼ੋਰ ਲਾ ਲਿਆ, ਵੀ ਲਾ ਕੇ ਥੱਕ ਚੁੱਕੀ ਹਾਂ, ਮੈਂ ਹੁਣ ਬੇਵੱਸ ਹੋ ਗਈ ਤੇ ਹੁਣ ਮੇਰਾ ਵਿਆਹ ਕਿਸੇ ਹੋਰ ਦੇ ਨਾਲ ਕਰਨ ਲੱਗੀ ਹੈ। ਠੀਕ ਹੈ, ਤਾਂ ਕਿ ਕਿਉਂਕਿ ਉਹਨੂੰ ਕਿਤੇ ਹੋਰ ਤੋਰਤਾ ਸੀ, ਰਾਂਝੇ ਦੇ ਨਾਲ ਉਹਦਾ ਵਿਆਹ ਨਹੀਂ ਸੀ ਕੀਤਾ। ਤੇ ਇੱਥੇ ਉਹ ਸ਼ੋਕ ਪ੍ਰਗਟ ਕਰ ਰਹੀ ਹੈ ਇਹਦੇ ਵਿੱਚ, ਤਾਂ ਉਹ ਸਾਡੇ ਕੋਲ ਆ ਗਿਆ ਕਰੁਣਾ ਰਸ। ਤੇ ਜਦੋਂ ਜਦੋਂ ਕਿਸੇ ਵੀ ਮਤਲਬ ਲਾਈਨਾਂ ਦੇ ਵਿੱਚ, ਕਿਸੇ ਕਵਿਤਾ ਦੇ ਵਿੱਚ ਸ਼ੋਕ ਦੀ ਗੱਲ ਕੀਤੀ ਜਾਂਦੀ ਹੈ ਤਾਂ ਉੱਥੇ ਕਰੁਣਾ ਰਸ ਹੀ ਵਰਤਿਆ ਜਾਂਦਾ ਹੈ, ਕਰੁਣਾ ਰਸ। ਰੌਦਰ ਰਸ, ਰੌਦਰ ਰਸ ਕਿਹੜਾ ਗਾ ਵੀ ਰੌਦਰ ਰਸ ਦਾ ਪ੍ਰਗਟਾਵਾ ਜਿਹੜਾ ਉਹ ਉੱਥੇ ਹੁੰਦਾ ਹੈ ਜਿੱਥੇ ਵਿਰੋਧੀਆਂ ਵੱਲੋਂ ਬੇਇੱਜ਼ਤੀ, ਨਿਰਾਦਰੀ ਜਾਂ ਛੇੜਖਾਨੀ ਕੀਤੀ ਜਾਂਦੀ ਹੈ। ਠੀਕ ਹੈ, ਜਾਂ ਸਾਡੇ ਦੇਸ਼ ਤੇ ਧਰਮ ਦਾ ਅਪਮਾਨ ਕੀਤਾ ਜਾਂਦਾ, ਤੇ ਉੱਥੇ ਜਿਹੜਾ ਰਸ ਵਰਤਿਆ ਜਾਂਦਾ ਉਹ ਹੈਗਾ ਰੌਦਰ ਰਸ। ਰੌਦਰ ਰਸ ਦਾ ਸਥਾਈ ਭਾਵ ਕੀ ਹੈ? ਕ੍ਰੋਧ ਜਾਂ ਗੁੱਸਾ। ਜਾਣੀ ਕਿਸੇ ਨੇ ਸਾਡੇ ਤੇ ਕੋਈ ਹਮਲਾ ਕਰਤਾ, ਠੀਕ ਹੈ, ਸਾਡੇ ਧਰਮ ਦਾ ਅਪਮਾਨ ਕੀਤਾ, ਤਾਂ ਉਦੋਂ ਸਾਨੂੰ ਕ੍ਰੋਧ ਆਉਂਦਾ ਜਾਂ ਗੁੱਸਾ ਆਉਂਦਾ, ਤਾਂ ਉੱਥੇ ਕੀ ਹੈ? ਉੱਥੇ ਰੌਦਰ ਰਸ ਵਰਤਿਆ ਜਾਂਦਾ। ਜਿਵੇਂ ਜਿੱਥੇ ਮੌਤ ਨੰਗਾ ਨਾਚ ਨੱਚਦੀ ਹੈ ਉੱਥੇ ਰੌਦਰ ਰਸ ਹੈ ਜਿਹੜਾ ਉਹ ਪੂਰੇ ਜ਼ੋਬਨ 'ਤੇ ਹੁੰਦਾ ਹੈ। ਠੀਕ ਹੈ, ਤਾਂ ਇਹ ਕੀ ਹੈ? ਸਥਾਈ ਭਾਵ ਇਹਦਾ ਕ੍ਰੋਧ ਆ ਗਿਆ। ਤੇ ਇਹਦੀਆਂ ਥੋੜ੍ਹੀਆਂ ਜਿਹੀਆਂ ਲਾਈਨਾਂ ਮੈਂ ਲਿਖੀਆਂ, ਜਿਵੇਂ ਦੇਖੋ, ਮੈਂ ਕਿਹੜੀ ਵੇਖਾਂ ਫਤਿਹ ਦੀ ਵਿੱਚ ਤਰਗਸ਼ ਦੇ ਕਾਨੀ, ਅੱਜ ਚੜ ਕੇ ਢੁੱਕਾ ਹੈ ਨਾਦਰ ਸ਼ਾਹ, ਹੱਥ ਪਾਵੇ ਖਜ਼ਾਨੀ, ਤੁਸੀਂ ਦਿਓ ਲੋਹੇ ਸਾਰ ਦੀ ਕਰ ਤਰ ਮਿਜ਼ਰਾਨੀ, ਚੁਗੱਤੇ ਦਾ ਨਿਮਕ ਹਲਾਲ ਕਰੇ ਹੋਵੇ ਕੁਰਬਾਨੀ। ਦੇਖੋ ਇੱਥੇ ਕੀ ਹੈ? ਇੱਥੇ ਪੂਰਾ ਗੁੱਸਾ ਦਿਖਾਇਆ ਗਿਆ, ਤੇ ਕਿਹਦੇ ਪ੍ਰਤੀ ਦਿਖਾਇਆ ਗਿਆ? ਨਾਦਰ ਸ਼ਾਹ ਦੇ ਪ੍ਰਤੀ। ਠੀਕ ਹੈ, ਵੀ ਜਿਵੇਂ ਨਾਦਰ ਸ਼ਾਹ, ਜਿਵੇਂ ਅੱਜ ਚੜ ਕੇ ਢੁੱਕਾ ਹੈ ਨਾਦਰ ਸ਼ਾਹ, ਜਿਵੇਂ ਆਪਾਂ ਕਹਿੰਦੇ ਵੀ ਨਾਦਰ ਸ਼ਾਹ ਜਿਹੜਾ ਉਹ ਸਾਡੇ ਦੇਸ਼ ਤੇ ਚੜ ਕੇ ਆ ਗਿਆ। ਠੀਕ ਹੈ, ਤੇ ਹੱਥ ਪਾਵੇ ਖਜ਼ਾਨੀ, ਵੀ ਸਾਡੇ ਖਜ਼ਾਨਿਆਂ ਨੂੰ ਉਹਨੇ ਹੱਥ ਪਾਇਆ ਆ ਕੇ। ਤੇ ਉਦੋਂ ਕੀ ਆ? ਇੰਨਾ ਕਵੀ ਨੂੰ ਮਤਲਬ ਉਹਨੇ ਗੁੱਸੇ ਦੇ ਵਿੱਚ ਇਹ ਲਾਈਨ ਲਿਖੀ ਹੈ, ਇਹ ਲਾਈਨਾਂ ਲਿਖੀਆਂ ਨੇ, ਇਹ ਕਵਿਤਾ ਲਿਖੀ ਹੈ ਜਿਹਦੇ ਵਿੱਚ ਕੀ ਆ? ਰੌਦਰ ਰਸ ਆ ਜਿਹੜਾ ਉਹ ਆਇਆ। ਠੀਕ ਹੈ, ਇੱਥੋਂ ਸਾਨੂੰ ਰੌਦਰ ਰਸ ਦੀ ਪਹਿਚਾਣ ਆਊਗੀ ਵੀ ਜਿੱਥੇ ਕਵੀ ਨੇ ਇਸ ਤਰ੍ਹਾਂ ਲਿਖਿਆ ਹੋਵੇ। ਫਿਰ ਆ ਗਿਆ ਸਾਡੇ ਕੋਲੇ ਬੀਰ ਰਸ। ਹੁਣ ਬੀਰ ਰਸ ਤੇ ਰੌਦਰ ਰਸ ਦੋਨਾਂ ਦੇ ਵਿੱਚ ਇੱਕ ਅੰਤਰ ਹੈ। ਬੀਰ ਰਸ ਦਾ ਕੀ ਹੈ? ਉਤਸ਼ਾਹ। ਕਵਿਤਾ ਦੇਖੋ ਇਹ ਵੀ ਲੜਾਈ ਦੇ ਵਿੱਚ, ਮਤਲਬ ਕੋਈ ਵੀ ਕ੍ਰੋਧ ਦੇ ਵਿੱਚ ਲਿਖੀ ਜਾਂਦੀ ਹੈ, ਪਰ ਇੱਥੇ ਕੀ ਹੈ? ਇਹ 'ਚ ਉਤਸ਼ਾਹ ਪੈਦਾ ਕਰਨ ਵਾਲੀ ਕਵਿਤਾ ਹੈ। ਜਦੋਂ ਅਸੀਂ ਕਿਸੇ ਦੇ ਉੱਤੇ ਆਪ ਹਮਲਾ ਕਰਨਾ ਉਦੋਂ ਕਿਹੜਾ ਰਸ ਵਰਤਿਆ ਜਾਂਦਾ? ਬੀਰ ਰਸ। ਤੇ ਜਦੋਂ ਕਿਸੇ ਨੇ ਸਾਡੇ ਤੇ ਕਰਤਾ ਤੇ ਉੱਥੇ ਅਸੀਂ ਕ੍ਰੋਧ ਜਾਂ ਗੁੱਸਾ ਦਿਖਾਉਣਾ ਤਾਂ ਉੱਥੇ ਵਰਤਿਆ ਜਾਂਦਾ ਰੌਦਰ ਰਸ। ਠੀਕ ਹੈ, ਇਹਦਾ ਸਥਾਈ ਭਾਵ ਕੀ ਹੈ? ਉਤਸ਼ਾਹ, ਉਤਸ਼ਾਹਿਤ ਕਰਨ ਵਾਸਤੇ। ਜਿਵੇਂ ਕਿਸੇ ਨੇ ਜਾਣਾ ਜੰਗ ਦੇ ਵਿੱਚ ਤੇ ਉੱਥੇ ਉਤਸ਼ਾਹਿਤ ਕਰਨ ਦੇ ਲਈ ਜਿਹੜੀਆਂ ਕਵਿਤਾਵਾਂ ਲਿਖੀਆਂ ਜਾਂਦੀਆਂ, ਜਾਂ ਜਿਹੜੀਆਂ ਵੀ ਮਤਲਬ ਇਹਨਾਂ ਦਾ ਨਮੂਨਾ ਕੀ ਹੈ ਉਹ ਇਹਦੇ ਵਿੱਚੋਂ ਪਤਾ ਲੱਗਦਾ ਸਾਨੂੰ ਵੀ ਬੀਰ ਰਸ ਦਾ। ਠੀਕ ਹੈ, ਜਿਵੇਂ ਬੀਰ ਰਸ ਦੀਆਂ ਕਿਸਮਾਂ ਕੀ ਨੇ? ਧਰਮਵੀਰ ਤੇ ਦਾਨਵੀਰ, ਦੋ ਤਰ੍ਹਾਂ ਦੀਆਂ ਕਿਸਮਾਂ ਮੰਨੀਆਂ ਗਈਆਂ ਇਹਦੀਆਂ ਬੀਰ ਰਸ ਦੀਆਂ। ਠੀਕ ਹੈ, ਜਦੋਂ ਜਿਵੇਂ ਰਣ ਭੂਮੀ ਦੇ ਵਿੱਚ ਧਰਮ ਦੀ ਰੱਖਿਆ ਦੇ ਲਈ ਜਦੋਂ ਲੋਕ ਜਾਂਦੇ ਨੇ ਤੇ ਉਦੋਂ ਕੀ ਹੈ? ਇਸ ਰਸ ਦਾ ਉਹ ਹੁੰਦਾ, ਉਦੋਂ ਇਹ ਬੀਰ ਰਸ ਆ ਜਿਹੜਾ ਉਹ ਵਰਤਿਆ ਜਾਂਦਾ। ਠੀਕ ਹੈ, ਜਿਵੇਂ ਇਹਦੇ ਵਿੱਚ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੀ ਕਵਿਤਾ ਲਵਾਂਗੇ, ਚੰਡੀ ਦੀ ਵਾਰ। ਉਹਦੇ ਵਿੱਚ ਹੈਗਾ, ਦੇਖੋ, ਜਿਵੇਂ ਲੱਖ ਨਗਾਰੇ ਵੱਜਣ ਆਮੋ ਸਾਹਮਣੇ, ਰਾਖਸ਼ ਰਾਣੋ ਨਾ ਭੱਜਣ ਰੋਹੇ ਰੋਹੇ ਲੇ, ਸ਼ੀਹਾਂ ਵਾਂਗੂ ਗੱਜਣ ਸਭੇ ਸੂਰਮੇ, ਤਨ ਤਨ ਕੈਬਰ ਛੱਡਣ ਦੁਰਗਾ ਸਾਹਮਣੇ। ਤੇ ਇੱਥੇ ਕੀ ਸੀਗਾ? ਉਹਨਾਂ ਨੇ ਕਿਹਾਗਾ ਵੀ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਵਿਤਾ ਲਿਖੀ ਹੈ ਵੀ ਦੁਰਗਾ ਦੇ ਸਾਹਮਣੇ ਉਹ ਤੀਰ ਛੱਡ ਰਹੇ ਆ, ਵੀ ਉਹਨਾਂ ਨੂੰ ਪੂਰਾ ਮਤਲਬ ਉਹ ਉਤਸ਼ਾਹਿਤ ਹੋਏ ਹੋਏ ਆ ਲੜਨ ਵਾਸਤੇ, ਪਰ ਦੁਰਗਾ ਰਾਣੀ ਵੀ ਕੀ ਹੈ? ਆਪਦੇ ਵੱਲੋਂ ਪੂਰੀ ਉਤਸ਼ਾਹਿਤ ਹੈ। ਤਾਂ ਇੱਥੇ ਜਿਹੜਾ ਰਸ ਵਰਤਿਆ ਗਿਆ ਉਸ ਨੂੰ ਅਸੀਂ ਬੀਰ ਰਸ ਕਹਾਂਗੇ। ਅੱਗੇ ਆ ਗਿਆ ਸਾਡੇ ਕੋਲੇ ਵਿਪਤਸ ਰਸ। ਵਿਪਤਸ ਰਸ ਹੈ ਜਿਹੜਾ, ਇਹਦਾ ਸਥਾਈ ਭਾਵ ਕੀ ਹੈ? ਘਿਰਨਾ। ਘਿਰਨਾ, ਜਿਵੇਂ ਸਾਨੂੰ ਜਿਵੇਂ ਨਫ਼ਰਤ ਜੀ ਹੁੰਦੀ ਹੈ ਕਿਸੇ ਚੀਜ਼ ਤੋਂ, ਠੀਕ ਹੈ, ਤੇ ਉਦੋਂ ਜਿਹੜਾ ਰਸ ਪੈਦਾ ਹੁੰਦਾ ਉਹਨੂੰ ਅਸੀਂ ਕਹਿੰਦੇ ਹਾਂ ਵਿਪਤਸ ਰਸ। ਜਿਵੇਂ ਜਿੱਥੇ ਗਲੀ ਸੜੀ ਵਸਤੂ, ਸੜਾਂਦ, ਹਵਾੜ, ਮਲ ਮੂਤਰ ਆਦਿ, ਜਿਵੇਂ ਇਹ ਚੀਜ਼ਾਂ ਜੋ ਸਾਡੇ ਦਿਮਾਗ ਦੇ ਵਿੱਚ ਆਉਂਦੀਆਂ। ਠੀਕ ਹੈ, ਕਿਸੇ ਵਸਤੂ, ਜਿਵੇਂ ਕੋਈ ਗਲੀ ਸੜੀ ਵਸਤੂ ਸਾਡੇ ਦਿਮਾਗ 'ਚ ਆ ਗਈ, ਜਾਂ ਉਹ 'ਚੋਂ ਸੜਾਂਦ ਮਾਰ ਰਹੀ ਹੈ, ਸਮੈਲ ਆ ਰਹੀ ਹੈ ਗੰਦੀ, ਠੀਕ ਹੈ, ਹਵਾੜ ਮਾਰ ਰਹੀ ਹੈ, ਤਾਂ ਉਦੋਂ ਜਿਹੜਾ ਰਸ ਪੈਦਾ ਹੁੰਦਾ ਉਸ ਨੂੰ ਕਿਹਾ ਜਾਂਦਾ ਵਿਪਤਸ ਰਸ। ਜਿਵੇਂ ਘਿਨਾਉਣੀਆਂ ਵਸਤੂਆਂ ਵਾਸਤੇ ਵੀ ਵਿਵਾਚਾਰ, ਦੁਰਾਚਾਰ, ਭ੍ਰਿਸ਼ਟਾਚਾਰ, ਇਸ ਸਮੇਂ ਵੀ ਸਾਡੇ ਦਿਮਾਗ ਦੇ ਵਿੱਚ ਘਿਰਨਾ ਜੀ ਪੈਦਾ ਹੋ ਜਾਂਦੀ ਹੈ ਨਾ, ਤੇ ਜਿਹੜਾ ਉਦੋਂ ਰਸ ਪੈਦਾ ਹੁੰਦਾ ਉਸ ਨੂੰ ਵਿਪਤਸ ਰਸ ਕਿਹਾ ਜਾਂਦਾ। ਠੀਕ ਹੈ, ਇਹਦੀ ਉਦਾਹਰਨ ਦੇਖੋ, ਜਿਵੇਂ ਜਿੱਧਰ ਨਜ਼ਰ ਜਾਵੇ ਤਬਾਹੀ ਮੱਚੀ, ਕਹਾਣੀ ਹੋ ਰਹੀ ਲਹੂ ਮਿੱਝ ਦੀ, ਕਿਤੇ ਮਗਜ਼ ਖੋਪੜ ਵਿੱਚੋਂ ਵਹਿ ਰਿਹਾ, ਗਿਆ ਟੁੱਟ ਮਟਕਾ ਦਹੀਂ ਵਹਿ ਰਿਹਾ। ਦੇਖੋ ਇਹਦੇ ਵਿੱਚ ਕੀ ਆ? ਇੱਥੇ ਸਾਡੇ ਮਤਲਬ ਘਿਰਨਾ ਜੀ ਇੱਕ ਵਾਰੀ ਸਾਡੇ ਦਿਮਾਗ ਦੇ ਵਿੱਚ ਆਉਂਦੀ ਹੈ, ਜਿਵੇਂ ਜਿਹੜੇ ਪਾਸੇ ਵੀ ਨਜ਼ਰ ਜਾਂਦੀ ਹੈ ਤਾਂ ਤਬਾਹੀ ਮੱਚੀ ਵੀ ਹੈ। ਠੀਕ ਹੈ, ਤਬਾਹੀ ਹੋ ਰਹੀ ਹੈ ਸਾਰੇ ਪਾਸੇ, ਤਾਂ ਸਾਡਾ ਜਿਹੜਾ ਮਨ ਹੈ ਉਹ ਖਰਾਬ ਜਿਹਾ ਹੁੰਦਾ ਨਾ, ਘਿਰਨਾ ਜੀ ਹੋ ਜਾਂਦੀ ਹੈ ਇੱਕ ਹਿਸਾਬ ਨਾਲ ਸਾਡੇ ਮਨ ਦੇ ਵਿੱਚ। ਐਂ ਜਿਵੇਂ ਕਹਾਣੀ ਹੋ ਰਹੀ ਲਹੂ ਮਿੱਝ ਦੀ,
ਲਹੂ ਮਿੱਝ ਜਿਵੇਂ ਲਹੂ ਵਹਿ ਰਿਹਾ ਸਾਰੇ ਪਾਸੇ, ਲਹੂ ਲਹਾਨ ਹੋ ਰਿਹਾ, ਤਾਂ ਉਹਦੀ ਕਹਾਣੀ ਹੋ ਰਹੀ ਹੈ। ਠੀਕ ਹੈ, ਕਿਤੇ ਮਗਜ਼ ਖੋਪੜ ਵਿੱਚੋਂ ਵਹਿ ਰਿਹਾ, ਇਹ ਵੀ ਮਗਜ਼ ਖੋਪੜ ਵਿੱਚੋਂ, ਇਹ ਵੀ ਜਾਣੀ ਲਹੂ ਵਹਿ ਰਿਹਾ ਕਿਸੇ ਖੋਪੜੀ ਦੇ ਵਿੱਚੋਂ, ਮਗਜ਼ ਦੇ ਵਿੱਚੋਂ ਜਾਣੀ ਲਹੂ ਵਹਿ ਰਿਹਾ ਹੈ। ਗਿਆ ਟੁੱਟ ਮਟਕਾ ਦਹੀਂ ਵਹਿ ਰਿਹਾ, ਐਂ ਲੱਗਦਾ ਜਿਵੇਂ ਕੋਈ ਮਟਕਾ ਦਹੀਂ ਵਾਲਾ ਟੁੱਟ ਗਿਆ ਹੋਵੇ ਅਤੇ ਉਹਦੇ ਵਿੱਚੋਂ ਦਹੀਂ ਡੁੱਲ ਰਿਹਾ ਹੋਵੇ। ਉਸੇ ਤਰ੍ਹਾਂ ਹੀ ਕੀ ਆ, ਖੋਪੜ ਦੇ ਵਿੱਚੋਂ ਲਹੂ ਵਹਿ ਰਿਹਾ ਹੈ। ਅਤੇ ਇਹ ਸਾਰਾ ਕੁਝ ਸੋਚ ਕੇ ਸਾਡੇ ਦਿਮਾਗ ਦੇ ਵਿੱਚ ਜਾਣੀ ਕਿ ਇਹੋ ਜਿਹੀਆਂ ਗੱਲਾਂ ਆਉਂਦੀਆਂ, ਜਿਵੇਂ ਕੋਈ ਵੀ ਗਲੀਆਂ ਸੜੀਆਂ ਜਾਂ ਘਿਰਨਾਂ ਵਾਲੀਆਂ ਜਾਂ ਕੋਈ ਇਹੋ ਜਿਹੀਆਂ ਦਿਮਾਗ ਸਾਡੇ 'ਚ ਆ ਜਾਂਦੀਆਂ, ਇਹੋ ਜਿਹੀਆਂ ਲਾਈਨਾਂ ਪੜ੍ਹ ਕੇ ਤਾਂ ਅਸੀਂ ਉਦੋਂ ਦੇਖ ਕੇ ਕਹਾਂਗੇ ਵੀ ਇਹ ਕਿਹੜਾ ਰਸ ਹੈ, ਇਹਦੇ ਵਿੱਚ ਵਰਤਿਆ ਗਿਆ ਵੀ ਪਤਸ ਰਸ ਵਰਤਿਆ ਗਿਆ ਹੈ। ਠੀਕ ਹੈ, ਅੱਗੇ ਆ ਗਿਆ ਸਾਡੇ ਕੋਲ ਭਿਆਨਕ ਰਸ। ਭਿਆਨਕ ਰਸ ਵੀ ਦੇਖੋ, ਇਹਦੇ ਵੀ ਨਾਮ ਤੋਂ ਪਤਾ ਲੱਗਦਾ ਭਿਆਨਕ, ਜਿਵੇਂ ਕਿਸੇ ਚੀਜ਼ ਦਾ ਸਾਨੂੰ ਇਹਦਾ ਸਥਾਈ ਭਾਵ ਕੀ ਆ, ਭੈ ਹੋ ਗਿਆ ਜਾਂ ਡਰ ਆ ਗਿਆ ਸਾਡੇ ਮਨ ਦੇ ਵਿੱਚ ਕਿਸੇ ਗੱਲ ਦਾ ਵੀ, ਤਾਂ ਉਸ ਦੇ ਵਿੱਚੋਂ ਕੀ ਹੁੰਦਾ, ਭਿਆਨਕ ਰਸ ਉਤਪੰਨ ਹੁੰਦਾ। ਜਿਵੇਂ ਕੀ ਹੈ, ਜਦੋਂ ਅਸੀਂ ਕਿਸੇ ਵੀ ਡਰਾਉਣੀ ਚੀਜ਼ ਨੂੰ ਵੇਖ ਲੈਂਦੇ ਹਾਂ, ਠੀਕ ਹੈ, ਜਿਵੇਂ ਕੋਈ ਭੂਤ ਪ੍ਰੇਤ ਬਾਰੇ ਸਾਡੇ ਦਿਮਾਗ 'ਚ ਕੋਈ ਗੱਲ ਆ ਜਾਂਦੀ ਹੈ, ਤਾਂ ਅਸੀਂ ਕਿਸੇ ਡਰਾਉਣੀ ਚੀਜ਼ ਨੂੰ ਵੇਖ ਲੈਂਦੇ ਹਾਂ ਜਾਂ ਸੁਣ ਲੈਂਦੇ ਹਾਂ, ਤਾਂ ਉਦੋਂ ਸਾਡੇ ਜਿਹੜਾ ਮਨ ਦੇ ਅੰਦਰ ਜਿਹੜੀ ਮਤਲਬ ਕੋਈ ਚੀਜ਼ ਰੂਪ ਧਾਰਨ ਕਰ ਲੈਂਦੀ ਹੈ, ਤਾਂ ਉਸ ਨੂੰ ਕਿਹਾ ਜਾਂਦਾ ਭੈ ਜਾਂ ਡਰ। ਠੀਕ ਹੈ, ਉਦੋਂ ਇਹ ਜਿਹੜਾ ਰਸ ਪ੍ਰਗਟ ਹੁੰਦਾ ਤਾਂ ਉਹ ਭਿਆਨਕ ਰਸ ਪ੍ਰਗਟ ਹੋ ਜਾਂਦਾ ਸਾਡੇ ਮਨ ਦੇ ਵਿੱਚ। ਜਿਵੇਂ ਇਹਦੇ ਵੇਖੋ ਇੱਧਰ ਲਿਖਿਆ ਮੈਂ ਥੋੜ੍ਹਾ ਜਿਹਾ, ਚਿੱਤ ਦੀ ਬੇਚੈਨੀ ਤੇ ਵਿਆਕੁਲਤਾ ਤੋਂ ਪੈਦਾ ਹੋਈ ਮਨ ਦੀ ਡਾਵਾਂਡੋਲ ਅਵਸਥਾ ਨੂੰ ਹੀ ਭੈ ਕਿਹਾ ਜਾਂਦਾ ਹੈ। ਚਿੱਤ ਦੀ ਬੇਚੈਨੀ, ਜਿਵੇਂ ਸਾਡਾ ਮਨ ਬੇਚੈਨ ਹੋ ਗਿਆ, ਠੀਕ ਹੈ, ਚਿੱਤ ਸਾਡਾ ਬੇਚੈਨ ਹੈ ਅਤੇ ਵਿਆਕੁਲ ਹੋ ਗਿਆ, ਅਤੇ ਉਸ ਤੋਂ ਬਾਅਦ ਸਾਡਾ ਮਨ ਹੈ ਜਿਹੜਾ ਉਹ ਡਾਵਾਂਡੋਲ ਹੋ ਗਿਆ ਨਾ, ਉਹੋ ਜਿਹੀ ਜਿਹੜੀ ਸਥਿਤੀ ਹੈ ਸਾਡੇ ਮਨ ਦੀ, ਉਦੋਂ ਜਿਹੜਾ ਕੋਈ ਸਾਡੇ ਅੰਦਰ ਪੈਦਾ ਹੁੰਦਾ ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਭੈ। ਠੀਕ ਹੈ, ਅਤੇ ਇਸੇ ਤਰ੍ਹਾਂ ਹੀ ਇੱਕ ਲਾਈਨ ਹੋਰ ਮੈਂ ਲਿਖੀ ਹੈ, ਜਿਵੇਂ ਵੀ ਕਿਹੜੇ ਕਿਹੜੇ ਕਾਰਜ ਪ੍ਰਭਾਵਿਤ ਕਰਦੇ ਆ ਸਾਡੇ ਉਸ ਭੈ ਨੂੰ, ਕਿਹੜੇ ਕਿਹੜੇ ਕੰਮ ਹੈ ਜਿਹੜੇ ਉਹ ਪ੍ਰਭਾਵਿਤ ਕਰਦੇ ਆ। ਜਿਵੇਂ ਦੇਖੋ, ਭੈ ਭੀਤ ਬੰਦੇ ਨੂੰ ਰੁਮਾਂਚ ਕੰਬਣੀ, ਪਸੀਨਾ ਆਉਣਾ, ਰੰਗੋਂ ਬੇਰੰਗ ਹੋਣਾ, ਰੋਣਾ ਅਤੇ ਰੌਲਾ ਪਾਉਣਾ ਜਾਂ ਬੁੱਲ੍ਹਾਂ ਦਾ ਫੜਕਣਾ ਆਦਿ ਕਾਰਜ ਆ ਜਿਹੜੇ ਉਹ ਬਹੁਤ ਪ੍ਰਭਾਵਿਤ ਕਰਦੇ ਆ। ਠੀਕ ਹੈ, ਪਸੀਨਾ ਆਉਣਾ, ਜਿਵੇਂ ਅਸੀਂ ਮਤਲਬ ਸਾਨੂੰ ਕਿਸੇ ਗੱਲ ਤੋਂ ਅਸੀਂ ਘਬਰਾ ਗਏ, ਘਬਰਾਹਟ ਹੋਣ ਲੱਗ ਗਈ ਤਾਂ ਪਸੀਨਾ ਆ ਗਿਆ। ਠੀਕ ਹੈ, ਜਾਂ ਫਿਰ ਰੰਗੋਂ ਬੇਰੰਗ ਹੋਣਾ, ਜਾਣੀ ਕੋਈ ਵੀ ਗੱਲ ਦਾ ਸਾਡੇ ਜਦੋਂ ਦਿਮਾਗ ਦੇ ਵਿੱਚ ਡਰ ਪੈਦਾ ਹੋ ਜਾਂਦਾ ਤਾਂ ਉਸ ਤੋਂ ਬਾਅਦ ਸਾਡਾ ਰੰਗ ਆ ਜਿਹੜਾ ਉਹ ਉੱਡ ਜਾਂਦਾ, ਜਿਵੇਂ ਕਿਸੇ ਡਰਾਉਣੀ ਚੀਜ਼ ਨੂੰ ਦੇਖ ਕੇ ਵੀ ਅਸੀਂ ਰੰਗੋਂ ਬੇਰੰਗ ਹੋ ਜਾਂਦੇ ਹਾਂ। ਠੀਕ ਹੈ, ਇਸ ਤਰ੍ਹਾਂ। ਅਤੇ ਇਹਦੇ ਵਿੱਚ ਕੀ ਹੈ, ਜਿਵੇਂ ਹੁਣ ਇਹ 'ਤੇ ਆਪਾਂ ਲਾਈਨਾਂ ਲਿਖੀਆਂ, ਇਹਦੇ ਵਿੱਚ ਵੀ ਭਿਆਨਕ ਰਸ ਦੀਆਂ, ਵੱਡੀ ਪਹਾੜ ਜਿਹੀ ਉਹ ਆਫਤ, ਸ਼ਕਲ ਡਰਾਵਣ ਵਾਲੀ। ਦੇਖੋ ਜਿਵੇਂ ਕਿਹੋ ਜਿਹੀ ਆਫਤ ਆ ਗਈ, ਉਹ ਕੋਈ ਉਹਦੇ ਸਾਹਮਣੇ ਪਹਾੜ ਜਿਹੀ, ਜਿਵੇਂ ਬਹੁਤ ਹੀ ਵੱਡੀ ਕੋਈ ਆਫਤ ਆ ਗਈ ਸਾਡੇ ਸਾਹਮਣੇ, ਉਹਦੀ ਕੀ ਹੈ, ਸ਼ਕਲ ਹੈ ਡਰਾਵਣ ਵਾਲੀ ਹੈ। ਜਾਂ ਉਹ ਰਾਤ ਇਕੱਠੀ ਹੋਈ ਰਾਤ ਹਨੇਰੀ ਕਾਲੀ, ਜਾਂ ਉਹ ਰਾਤ ਹੋ ਗਈ ਜਿਹੜੀ ਬਹੁਤ ਹੀ ਜ਼ਿਆਦਾ ਹਨੇਰੀ ਕਾਲੀ ਹੈ। ਦੇਖੋ ਇਹ ਜਿਹੜੀਆਂ ਗੱਲਾਂ ਅਸੀਂ ਜਦੋਂ ਪੜ੍ਹਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਇੱਕ ਡਰ, ਇੱਕ ਕੰਬਣੀ ਜਿਹੀ ਛਿੜ ਜਾਂਦੀ ਹੈ, ਜਾਣੀ ਸਾਡਾ ਰੰਗ ਉੱਡ ਜਾਂਦਾ ਇਹੋ ਜਿਹੀਆਂ ਕਵਿਤਾਵਾਂ ਪੜ੍ਹਦਿਆਂ ਤੋਂ। ਅਤੇ ਉਦੋਂ ਸਾਡੇ ਮਨ ਦੇ ਵਿੱਚ ਕੀ ਪੈਦਾ ਹੁੰਦਾ, ਇੱਕ ਡਰ ਪੈਦਾ ਹੋ ਜਾਂਦਾ, ਡਰ ਭੈ ਪੈਦਾ ਹੋ ਜਾਂਦਾ। ਅਤੇ ਉਹਨੂੰ ਉਸ ਸਮੇਂ ਜਿਹੜਾ ਮਤਲਬ ਰਸ ਵਰਤਿਆ ਜਾਂਦਾ ਉਹ ਹੈਗਾ ਸਾਡੇ ਕੋਲ ਭਿਆਨਕ ਰਸ। ਤਾਂ ਭਿਆਨਕ ਰਸ ਦੀ ਸਾਨੂੰ ਇਹੀ ਪਹਿਚਾਣ ਹੈ ਵੀ ਦੇਖੋ, ਜਦੋਂ ਇਹਦੇ ਵਿੱਚ ਸਾਡੇ ਕੋਲ ਕੀ ਹੈ, ਇਹੋ ਜਿਹੀਆਂ ਲਾਈਨਾਂ ਲਿਖੀਆਂ ਜਾਣ ਜਿਹਦੇ ਵਿੱਚ ਸਾਨੂੰ ਡਰ ਪੈਦਾ ਕੀਤਾ ਹੋਵੇ ਅੰਦਰੋਂ, ਤਾਂ ਉਦੋਂ ਭਿਆਨਕ ਰਸ ਦੀ ਵਰਤੋਂ ਕੀਤੀ ਜਾਂਦੀ ਹੈ। ਹਾਂਜੀ, ਅਦਭੁਤ ਰਸ। ਅਦਭੁਤ ਰਸ ਕੀ ਹੈ, ਇਹਦਾ ਸਥਾਈ ਭਾਵ ਪਹਿਲਾਂ ਅਸਚਰਜ ਜਾਂ ਹੈਰਾਨੀ, ਜਾਣੀ ਜਿਹੜੀ ਚੀਜ਼ ਨੂੰ ਦੇਖ ਕੇ ਸਾਨੂੰ ਅਸਚਰਜ ਹੋਵੇ ਜਾਂ ਹੈਰਾਨੀ ਹੋਵੇ, ਤਾਂ ਜਿਹੜਾ ਉਦੋਂ ਰਸ ਪੈਦਾ ਹੁੰਦਾ ਉਸਨੂੰ ਅਦਭੁਤ ਰਸ, ਅਜੀਬ। ਅਦਭੁਤ ਆਪਾਂ ਕਹਿ ਸਕਦੇ ਹਾਂ ਅਜੀਬ ਹੈ ਜਿਹੜੀਆਂ ਚੀਜ਼ਾਂ। ਠੀਕ ਹੈ, ਜਿਵੇਂ ਕੀ ਹੈ, ਜਦੋਂ ਕਿਸੇ ਗੱਲ ਨੂੰ ਸੁਣ ਕੇ ਹੈਰਾਨੀ ਜਾਂ ਅਸਚਰਜ ਭਾਵ ਪ੍ਰਗਟ ਹੋਵੇ, ਤਾਂ ਜਿਹੜਾ ਉਸ ਟਾਈਮ ਪਾਠਕ ਜਾਂ ਦਰਸ਼ਕ ਦੇ ਮਨ ਦੇ ਵਿੱਚ ਜਿਹੜੀ ਗੱਲ ਆਉਂਦੀ ਹੈ, ਤਾਂ ਉਹ ਜਿਹੜਾ ਅਨੁਭਵ ਹੁੰਦਾ ਸਾਨੂੰ ਉਹ ਅਦਭੁਤ ਰਸ ਦਾ ਹੁੰਦਾ। ਠੀਕ ਹੈ, ਜਿਹੜੀ ਚੀਜ਼ ਨੂੰ ਅਸੀਂ ਦੇਖ ਕੇ ਅਸਚਰਜ ਹੋਈਏ, ਜਿਵੇਂ ਪ੍ਰਮਾਤਮਾ ਦੀ ਉਹ ਅਸਚਰਜ ਵਡਿਆਈ। ਠੀਕ ਹੈ, ਇਹ ਜਿਹੇ ਰਸ ਨੂੰ, ਅਦਭੁਤ ਰਸ ਨੂੰ ਪੜ੍ਹ ਕੇ ਜਿਹੜਾ ਪਾਠਕ ਹੈ ਉਹ ਰੋਮਾਂਚਿਤ ਹੋ ਕੇ ਵਾਹ ਵਾਹ ਪੁਕਾਰ ਉੱਠੇ ਜਦੋਂ, ਤਾਂ ਉਦੋਂ ਕਿਹੜਾ ਰਸ ਪੈਦਾ ਹੁੰਦਾ, ਅਦਭੁਤ ਰਸ। ਜਿਵੇਂ ਦੇਖੋ ਲਾਈਨ, ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ, ਪਾਂਚ ਉਲਿਰਕਾ ਜਾਰ ਕੇ ਰਹੇ ਰਾਮ ਲਿਵ ਲਾਗ। ਦੇਖੋ ਇਹਦੇ ਵਿੱਚ ਉਸ ਪ੍ਰਮਾਤਮਾ ਦੀ ਅਸਚਰਜ ਵਡਿਆਈ ਕੀਤੀ ਗਈ ਹੈ। ਠੀਕ ਹੈ, ਜਿਵੇਂ ਕਬੀਰ ਐਸਾ ਕੋਈ ਨਾ ਜਨਮਿਓ, ਵੀ ਉਹ ਕਬੀਰ ਜੀ ਕਹਿੰਦੇ ਨੇ ਵੀ ਇਹੋ ਜਿਹਾ ਕੋਈ ਨਹੀਂ ਜੰਮਿਆ ਅੱਜ ਤੱਕ ਜਿਹੜਾ ਆਪਣੇ ਹੀ ਘਰ ਨੂੰ ਅੱਗ ਲਾਵੇ, ਆਪਣੇ ਘਰ ਨੂੰ ਜਿਵੇਂ ਆਪਣੇ ਹੀ ਸਰੀਰ ਨੂੰ ਅੱਗ ਲਾ ਲਵੇ। ਠੀਕ ਹੈ, ਪਾਂਚ ਉਲਿਰਕਾ ਜਾਰ ਕੇ, ਪੰਜ ਤੱਤ ਹੁੰਦੇ ਆ ਜਿਹੜੇ, ਠੀਕ ਹੈ, ਉਹਨਾਂ ਪੰਜਾਂ ਦੇ ਉੱਪਰੋਂ ਉੱਠ ਕੇ
ਪ੍ਰਭੂ ਰਾਮ ਭਗਵਾਨ ਦੇ ਨਾਲ ਉਸ ਦੀ ਲਿਵ ਲੱਗ ਜਾਂਦੀ ਹੈ। ਤੇ ਇਹ ਜਿਹੀਆਂ ਗੱਲਾਂ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਅਸੀਂ ਅਚਰਜ ਹੋ ਜਾਂਦੇ ਹਾਂ, ਅਸੀਂ ਹੈਰਾਨ ਹੋ ਜਾਂਦੇ ਹਾਂ ਵੀ ਇਹਦੇ ਵਿੱਚ ਜਿਹੜਾ ਰਸ, ਅਦਭੁਤ ਰਸ ਵਰਤਿਆ ਗਿਆ ਵੀ ਹੇ ਪ੍ਰਮਾਤਮਾ ਵੀ ਦੇਖ ਤੇਰੇ ਨਾਲ ਮਤਲਬ ਕੋਈ ਵੀ ਜਿਹੜਾ ਸਾਡਾ ਕੋਈ ਵੀ ਤੂੰ ਇਹੋ ਜਿਹਾ ਨਹੀਂ ਕਿਸੇ ਨੂੰ ਜਨਮ ਦਿੱਤਾ ਜਿਹੜਾ ਆਪਣੇ ਆਪ ਨੂੰ ਅੱਗ ਲਾਵੇ। ਠੀਕ ਹੈ, ਇਸ ਤਰ੍ਹਾਂ ਕੀ ਹੈ, ਇਹ ਅਦਭੁਤ ਰਸ ਵਰਤਿਆ ਗਿਆ ਇਹੋ ਜਿਹੀਆਂ ਲਾਈਨਾਂ ਦੇ ਵਿੱਚ, ਇਹੋ ਜਿਹੀਆਂ ਕਵਿਤਾਵਾਂ ਦੇ ਵਿੱਚ ਅਦਭੁਤ ਰਸ ਦੀ ਵਰਤੋਂ ਹੋਈ ਹੈ। ਅੱਗੇ ਹੈਗਾ ਸਾਡੇ ਕੋਲੇ ਸ਼ਾਂਤ ਰਸ। ਸ਼ਾਂਤ ਰਸ ਦਾ ਭਾਵ ਕੀ ਹੈ? ਸਥਾਈ ਭਾਵ ਇਹਦਾ ਵੈਰਾਗ। ਵੈਰਾਗ ਕਿਹਦੇ ਪ੍ਰਤੀ? ਪ੍ਰਮਾਤਮਾ ਦੇ ਪ੍ਰਤੀ ਵੈਰਾਗ। ਠੀਕ ਹੈ, ਜਦੋਂ ਮਨੁੱਖ, ਕੋਈ ਵੀ ਮਨੁੱਖ ਹੈ, ਜਦੋਂ ਮਨੁੱਖ ਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਸੰਸਾਰ ਨਾਸ਼ਵਾਨ ਹੈ ਤਾਂ ਉਸ ਦੇ ਮਨ ਵਿੱਚ ਇਹ ਨਾਸ਼ਵਾਨ ਸੰਸਾਰ ਵੱਲੋਂ ਵੈਰਾਗ ਪੈਦਾ ਹੁੰਦਾ। ਠੀਕ ਹੈ, ਉਹਦੇ ਮਨ ਦੇ ਵਿੱਚ ਇੱਕ ਇਹ ਵੈਰਾਗ ਪੈਦਾ ਹੋ ਜਾਂਦਾ ਵੀ ਇਹ ਸੰਸਾਰ ਨੇ ਤਾਂ ਇੱਕ ਦਿਨ ਖਤਮ ਹੋ ਜਾਣਾ, ਵੀ ਸਾਰੀ ਦੁਨੀਆ ਨੇ ਖਤਮ ਹੋਣਾ, ਸੰਸਾਰ ਨੇ ਖਤਮ ਹੋਣਾ, ਜੋ ਵੀ ਚੀਜ਼ ਬਣੀ ਆ ਉਹ ਨਾਸ਼ਵਾਨ ਹੈ। ਤਾਂ ਉਸ ਟਾਈਮ ਸੱਜਣੀ ਜਿਹੜਾ ਵੈਰਾਗ ਪੈਦਾ ਹੁੰਦਾ ਤੇ ਉਹਨੂੰ ਬਣਾਉਣ ਵਾਸਤੇ ਜਿਹੜਾ ਰਸ ਵਰਤਿਆ ਜਾਂਦਾ ਉਹ ਹੈਗਾ ਸ਼ਾਂਤ ਰਸ। ਸ਼ਾਂਤ ਰਸ ਕੀ ਹੈ? ਵੈਸੇ ਤਾਂ ਸ਼ਾਂਤ ਰਸ ਹੈ ਜਿਹੜਾ ਉਹ ਜ਼ਿਆਦਾਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੀਆਂ ਵੀ ਸਤਰਾਂ ਜੋ ਵੀ ਲਿਖਿਆ ਗਿਆ ਜ਼ਿਆਦਾਤਰ ਵਰਤੋਂ ਹੋਈ ਹੈ ਸ਼ਾਂਤ ਰਸ ਦੀ। ਠੀਕ ਹੈ, ਜਿਵੇਂ ਸੰਸਾਰ ਨਾਲ ਵੱਜਣਾ ਕੀ ਹੈ? ਰਾਗ, ਤੇ ਇਸ ਤੋਂ ਉੱਪਰ ਉੱਠਣਾ ਵੈਰਾਗ। ਠੀਕ ਹੈ, ਸੰਸਾਰ ਦੇ ਨਾਲ ਜਦੋਂ ਬੰਦਾ ਵੱਜ ਗਿਆ ਉਹ ਤਾਂ ਰਾਗ ਹੋ ਗਿਆ ਨਾ, ਤੇ ਜਦੋਂ ਇਹ ਤੋਂ ਉੱਪਰ ਉੱਠ ਗਿਆ ਮਨ ਨੂੰ ਉਦੋਂ ਕੀ ਹੋ ਗਿਆ? ਵੈਰਾਗ। ਤਾਂ ਇਹਦੇ ਵਿੱਚ ਅਸੀਂ ਇੱਕ ਲਿਖੀ ਹੈ ਭਾਈ ਵੀਰ ਸਿੰਘ ਦੀ ਕਵਿਤਾ ਹੈ, ਜਿਵੇਂ ਵੈਰੀ ਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵੱਜਦਾ, ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇੱਕ ਸਿਜਦਾ। ਵੈਰੀ ਨਾਗ ਤੇਰਾ ਪਹਿਲਾ ਝਲਕਾ, ਜਿਵੇਂ ਪ੍ਰਭੂ ਪਰਮਾਤਮਾ ਨੂੰ ਕਵੀ ਨੇ ਇਹ ਗੱਲ ਕਹੀ ਹੈ ਵੀ ਜਦੋਂ ਤੇਰਾ ਕੋਈ ਪਹਿਲੀ ਝਲਕ, ਜਦੋਂ ਪ੍ਰਮਾਤਮਾ ਵੱਲੋਂ, ਜਦੋਂ ਬੰਦਾ ਮਤਲਬ ਇਸ ਸੰਸਾਰ ਤੋਂ ਵੀ ਜਾਣੀ ਕਿ ਇਸ ਨਾਸ਼ਵਾਨ ਸੰਸਾਰ ਤੋਂ ਥੋੜਾ ਉੱਪਰ ਉੱਠ ਜਾਂਦਾ, ਜਦੋਂ ਉਹਦੇ ਮਨ ਦੇ ਵਿੱਚ ਵੈਰਾਗ ਪੈਦਾ ਹੋ ਜਾਂਦਾ ਪ੍ਰਮਾਤਮਾ ਦੇ ਪ੍ਰਤੀ, ਤਾਂ ਉਦੋਂ ਉਹ ਕਹਿੰਦਾ ਵੀ ਜਦੋਂ ਪ੍ਰਮਾਤਮਾ ਦਾ ਇੱਕ ਝਲਕ ਮੇਰੀਆਂ ਅੱਖਾਂ ਦੇ ਵਿੱਚ ਵੱਜੀ ਤੇ ਉਦੋਂ ਮੈਂ ਇੱਕ ਕੁਦਰਤ ਦੇ ਕਾਦਰ ਦਾ, ਮਤਲਬ ਕੁਦਰਤ ਦਾ ਜਿਹੜਾ ਪ੍ਰਮਾਤਮਾ ਕੁਦਰਤੀ ਹੈ ਜਿਹੜਾ, ਉਹਦਾ ਇੱਕ ਸਿਜਦਾ ਲਿਆ। ਠੀਕ ਹੈ, ਉਹਨੂੰ ਸਿਜਦਾ ਕੀਤਾ ਕਹਿ ਲਓ ਤੁਸੀਂ। ਠੀਕ ਹੈ, ਤੇ ਇਹ ਸਾਰਾ ਕੀ ਹੈਗਾ? ਸ਼ਾਂਤ ਰਸ ਦੀ ਇਹ ਉਦਾਹਰਨ ਹੈ। ਇਦੋਂ ਬਿਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਕਈ ਮਤਲਬ ਇਹਦੀਆਂ ਲਾਈਨਾਂ ਮਿਲਦੀਆਂ ਜਿਹੜੀਆਂ ਇਸ ਰਸ ਦੇ ਨਾਲ, ਸ਼ਾਂਤ ਰਸ ਜਿਹਦੇ ਵਿੱਚ ਵਰਤਿਆ ਗਿਆ। ਇਹ ਸੀਗੇ ਜੀ ਸਾਡੇ ਰਸ, ਤੇ 9 ਰਸ ਸਾਡੇ ਇੱਥੇ ਤੱਕ ਪੂਰੇ ਹੋ ਚੁੱਕੇ ਆ।